ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਸ ਢੰਗ ਦੇ ਨਾਲ ਟਾਰਗੇਟ ਕਿਲਿੰਗ ਹੋ ਰਹੀ ਹੈ, ਉਸ ਨੇ ਉੱਥੇ ਜਿਹੜੀ ਸਥਿਤੀ ਪੈਦਾ ਕਰ ਦਿੱਤੀ ਹੈ, ਉਸ ਨੇ ਦੇ ਨਾਲ ਉੱਥੋਂ ਜਿਹੜੀ ਫਿਰ ਨਵੇਂ ਸਿਰੇ ਤੋਂ ਖਾਸ ਕਰਕੇ ਹਿੰਦੂ ਕਸ਼ਮੀਰੀ ਪੰਡਤਾਂ ਦੀ ਵੱਡੇ ਪੱਧਰ ਤੇ ਹਿਜਰਤ ਵੀ ਸ਼ੁਰੂ ਹੋਈ ਹੈ। ਔਰ ਨਾਲ ਦੀ ਨਾਲ ਜਿਹੜੇ ਕਸ਼ਮੀਰੀ ਪੰਡਤ ਮੁਲਾਜ਼ਮ ਨੇ ਉੱਥੇ, ਉਹਨਾਂ ਨੇ ਵੀ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਬਕਾਇਦਾ ਉਹਨਾਂ ਦੀ ਜਿਹੜੀ ਸੰਘਰਸ਼ ਸਮਿਤੀ ਆ, ਉਹਨੇ ਹਾਈ ਕੋਰਟ ਜਾ ਕੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾਵੇ, ਖਾਸ ਕਰਕੇ ਜੰਮੂ ਦੇ ਇਲਾਕੇ ਦੇ ਵਿੱਚ। ਹੁਣ ਕੇਂਦਰ ਸਰਕਾਰ ਇਸ ਤੇ ਕਿਸ ਤਰ੍ਹਾਂ ਫੈਸਲਾ ਲੈਂਦੀ ਹੈ, ਕਿਉਂਕਿ ਪਿਛਲੇ ਦਿਨਾਂ 'ਚ ਕੱਲ ਔਰ ਅੱਜ ਵੀ ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਉੱਚ ਅਧਿਕਾਰੀਆਂ ਨਾਲ, ਉੱਥੋਂ ਦੇ ਉਪ ਰਾਜਪਾਲ ਨਾਲ ਮੀਟਿੰਗ ਕੀਤੀ ਹੈ ਔਰ ਖਾਸ ਕਰਕੇ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਦੇ ਨਾਲ ਇਹ ਸਾਰੀ ਸਥਿਤੀ ਨੂੰ ਵਿਚਾਰਿਆ। ਤੇ ਹੁਣ ਉੱਥੇ ਕੇਂਦਰ ਸਰਕਾਰ ਦੀ ਅਗਲੀ ਨੀਤੀ ਕੀ ਹੋਏਗੀ, ਕਿਉਂਕਿ ਜਿਹੜੀ ਪਹਿਲੀ ਨੀਤੀ ਲੈ ਕੇ ਸਰਕਾਰ ਚੱਲ ਰਹੀ ਸੀ, ਉਸ ਦੇ ਉਸ ਤਰ੍ਹਾਂ ਦੇ ਨਤੀਜੇ ਸਾਹਮਣੇ ਨਹੀਂ ਆ ਰਹੇ ਜਿਸ ਤਰ੍ਹਾਂ ਦੀ ਸਰਕਾਰ ਨੂੰ ਆਸ ਸੀ। ਇਹ ਸਾਰੀ ਸਥਿਤੀ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ। ਇਸ ਚਰਚਾ ਲਈ ਸਾਡੇ ਨਾਲ ਜੁੜੇ ਨੇ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਜੀ, ਜਿਨ੍ਹਾਂ ਦਾ ਖਾਸ ਕਰਕੇ ਕਸ਼ਮੀਰ ਦੀਆਂ ਘਟਨਾਵਾਂ ਤੇ ਇੱਕ ਆਪਣਾ ਦ੍ਰਿਸ਼ਟੀਕੋਣ ਹੈ, ਇੱਕ ਆਪਣਾ ਨਜ਼ਰੀਆ ਹੈ। ਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਉੱਥੇ ਜਿਹੜੀ ਹੁਣ ਸਥਿਤੀ ਬਣੀ ਹੈ, ਇਹ ਕੀ ਦਿਸ਼ਾ ਅਖਤਿਆਰ ਕਰਦੀ ਜਾ ਰਹੀ ਹੈ ਤੇ ਕਿਸ ਪਾਸੇ ਨੂੰ ਅੱਗੇ ਵੱਧ ਰਹੀ ਹੈ, ਤੇ ਉਹਦੇ ਲਈ ਜੋ ਸਰਕਾਰ ਕਰ ਲਈ ਹੈ ਕੀ ਉਹ ਕਾਫੀ ਹੈ ਜਾਂ ਕੁਝ ਹੋਰ ਉੱਥੇ ਨਵੇਂ ਸਿਰੇ ਤੋਂ ਰਾਜਸੀ ਗੱਲਬਾਤ ਸ਼ੁਰੂ ਕੀਤੇ ਜਾਣ ਦੀ ਲੋੜ ਹੈ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ, ਬਹੁਤ ਬਹੁਤ ਜੰਡ ਸਾਹਿਬ। ਇਹ ਡਾਕਟਰ ਸਾਹਿਬ, ਜਿਹੜੀ ਸਥਿਤੀ ਉੱਥੇ ਬਣੀ ਹੈ, ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਿ ਉੱਥੇ ਜਿਸ ਢੰਗ ਨਾਲ ਕਸ਼ਮੀਰੀ ਪੰਡਤਾਂ ਨੂੰ ਵਸਾਉਣ ਦੇ ਲਈ ਨਵੇਂ ਸਿਰੇ ਤੋਂ ਯਤਨ ਆਰੰਭੇ ਗਏ ਸੀ ਕੇਂਦਰ ਸਰਕਾਰ ਵੱਲੋਂ, ਤਾਂ ਉਹ ਜਿਹੜੇ ਯਤਨ ਸੀਗੇ ਉਸ ਦੀ ਥਾਂ ਦੇ ਉੱਤੇ ਨਵੇਂ ਸਿਰੇ ਤੋਂ ਫਿਰ ਉੱਥੇ ਜਿਹੜੀ ਹੈ ਹਿਜਰਤ ਉੱਥੋਂ ਸ਼ੁਰੂ ਹੋ ਗਈ ਹੈ ਔਰ ਉੱਥੋਂ ਕਸ਼ਮੀਰ ਚੋਂ ਖਾਸ ਕਰਕੇ ਉਹ ਨਿਕਲ ਕੇ ਜੰਮੂ 'ਚ ਆਉਣਾ ਚਾਹੁੰਦੇ ਹੈ ਜਾਂ ਸੁਰੱਖਿਅਤ ਥਾਵਾਂ ਤੇ ਜਾਣਾ ਚਾਹੁੰਦੇ? ਦੇਖੋ ਜੰਡ ਸਾਹਿਬ, ਜਦ ਇਹ ਨਾ ਜੋ ਸਰਕਾਰ ਹੈ, ਜਿਵੇਂ ਅਸੀਂ ਕਹਿੰਦੇ ਹਾਂ ਵੀ ਥੱਕੇ ਹੋਏ ਘੋੜੇ ਨੂੰ ਛਾਂਟੇ ਮਾਰਨ ਵਾਲੀ ਗੱਲ ਹੈ ਇਹਨਾਂ ਦੀ। ਇਹਦੇ ਵਿੱਚ ਜੇ ਅਸੀਂ ਇਤਿਹਾਸ ਦੇਖੀਏ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ, ਤਾਂ ਜਦ ਪਹਿਲਾਂ ਆਜ਼ਾਦੀ ਤੋਂ ਬਾਅਦ ਵੀ ਇੱਕ ਗੱਲ ਹੋਈ ਸੀ, ਜਦ ਰਾਜਾ ਹਰੀ ਸਿੰਘ ਨੇ ਇਹ ਮੰਨ ਲਿਆ ਸੀ ਭਾਰਤ ਦੇ ਵਿੱਚ ਮਿਲਾਨ, ਤੇ ਉਹ ਦੂਜਾ ਪਾਰਟ ਨੂੰ ਅਸੀਂ ਕਹਿਤਾ ਪਾਕਿਸਤਾਨ ਆਕੂਪਾਈਡ POK, ਪਾਕਿਸਤਾਨ ਆਕੂਪਾਈਡ ਕਸ਼ਮੀਰ, ਧਾਰਾ 370 ਔਰ 35A ਪਾਈ ਗਈ। ਉਹਦਾ ਕੋਈ ਮਤਲਬ ਸੀ ਉਸ ਵਕਤ। ਕੁਛ ਜਿਨ੍ਹਾਂ ਲੀਡਰਾਂ ਨੇ ਪਹਿਲਾਂ ਗੱਲ ਨਹੀਂ ਮੰਨੀ, ਸਾਨੂੰ ਪਤਾ ਵੀ ਸ਼ੇਖ ਅਬਦੁੱਲਾ ਕੁਛ ਫਿਰ ਜੇਲ੍ਹ 'ਚ ਵੀ ਰਹੇ, ਹੋਰ ਵੀ ਰਹੇ। ਉਹਨਾਂ ਦਾ ਸੰਵਿਧਾਨ ਵੱਖਰਾ ਸੀ, ਪ੍ਰਾਈਮ ਮਿਨਿਸਟਰ ਕਹਿੰਦੇ ਸੀ ਉਹਨਾਂ ਦੇ, ਮੁੱਖ ਮੰਤਰੀ ਜੀ ਚੱਲ ਰਹੇ ਸੀ। ਤਾਂ ਭਾਰਤ ਸਰਕਾਰ ਹੌਲੀ ਹੌਲੀ ਉਹਨਾਂ ਦੀਆਂ ਸ਼ਕਤੀਆਂ ਵੀ ਖੋਈ ਗਈ। ਜੇ ਸ਼ਕਤੀਆਂ ਜਿਹੜੀਆਂ ਸੀ ਉਹਨਾਂ ਨੂੰ ਦਿੱਤੀਆਂ 370 ਦੇ ਅੰਦਰ, ਉਹ 1952-55 ਤੇ ਖੋਣੀਆਂ ਸ਼ੁਰੂ ਕਰਤੀਆਂ। ਚਲੋ, ਕਿਉਂਕਿ ਇੱਕ ਪਰਿਵਾਰ ਦਾ ਰਾਜ ਪਹਿਲਾਂ ਰਿਹਾ, ਤੇ ਉਹ ਸ਼ੇਖ ਅਬਦੁੱਲਾ, ਫਰੂਕ ਅਬਦੁੱਲਾ ਤੇ ਫਿਰ ਅਮਰ ਅਬਦੁੱਲਾ, ਇਹ ਸਾਰੇ ਆਉਂਦੇ ਗਏ। ਤੇ ਉਸ ਤੋਂ ਬਾਅਦ ਜਦ ਮੁਫਤੀ ਮੁਹੰਮਦ ਸਈਦ ਆ ਗਏ ਤੇ ਮਹਿਬੂਬ ਮੁਫਤੀ ਆ ਗਈ, ਇੱਕ ਪੈਰਲਲ ਲਾਈਨ ਖੜੀ ਹੋ ਗਈ। ਇਹ ਦੂਜੀ ਐਕਸਟ੍ਰੀਮਿਸਟ ਟਾਈਪ ਦਾ ਇਹਨਾਂ ਦਾ ਐਟੀਟਿਊਡ ਸੀ, ਵਰਤਾਰਾ ਸੀ। ਉਹ BJP ਨੇ ਉਹਦੇ ਨਾਲ ਸਾਂਝ ਪਾ ਕੇ ਸਰਕਾਰ ਵੀ ਬਣਾਈ, ਫਿਰ ਉਹ ਸਰਕਾਰ ਤੋੜੀ। ਇਹਨੂੰ ਜਦ ਅਸੀਂ ਦੇਖਦੇ ਹਾਂ ਸਾਰੇ ਵਰਤਾਰੇ ਨੂੰ, ਉਹ ਇਹ ਹੈ ਕਿ ਜੇ ਕਸ਼ਮੀਰੀਆਂ ਨੂੰ ਤੁਸੀਂ ਬੇਚੈਨ ਕਰਕੇ ਉਹਨਾਂ ਨੂੰ ਉਹ ਕਸ਼ਮੀਰੀਆਂ ਦੀ ਲੜਾਈ ਹੈ, ਉਹ ਮੁਸਲਮਾਨਾਂ ਦੀ ਲੜਾਈ ਨਹੀਂ। ਅਸਲ 'ਚ ਪਾਕਿਸਤਾਨ ਵੀ ਉਹਨਾਂ ਨੂੰ ਮੁਸਲਮਾਨਾਂ ਦੀ ਲੜਾਈ ਬਣਾ ਰਿਹਾ ਹੈ, ਭਾਰਤ ਵੀ ਉਹਨਾਂ ਨੂੰ ਮੁਸਲਮਾਨਾਂ ਦੀ ਲੜਾਈ ਬਣਾ ਰਿਹਾ ਹੈ। ਉਹ ਕਸ਼ਮੀਰੀ ਪਹਿਚਾਨ ਦੀ ਲੜਾਈ ਹੈ। ਜੇ ਅਸੀਂ ਇਸ ਨੂੰ ਸਮਝ ਲਵਾਂਗੇ, ਉੱਥੋਂ ਦੇ ਪੰਡਤਾਂ ਨੇ, ਮੈਂ ਆਪ ਉਹਨਾਂ ਦੇ ਬਿਆਨ ਸੁਣੇ ਨੇ ਪੰਡਤਾਂ ਦੇ, ਕਿ ਜੀ ਸਾਡਾ ਤਾਂ ਕੋਈ ਝਗੜਾ ਨਹੀਂ ਹੈ। ਕਸ਼ਮੀਰੀਅਤ ਜਿਹੜੀ ਹੈ, ਕਸ਼ਮੀਰੀ ਪਹਿਚਾਨ ਹੈ, ਉਹਨਾਂ ਦਾ ਆਪਦਾ ਇੱਕ, ਹਰ ਇੱਕ ਦੀ ਆਪਣੀ ਹੁੰਦੀ ਹੈ। ਅਸੀਂ ਪੰਜਾਬੀ ਕੀ ਆਪਦੀ ਪਹਿਚਾਨ ਦਾ ਮਹਿਸੂਸ ਨਹੀਂ ਕਰਦੇ ਵੀ ਹਾਂਜੀ ਅਸੀਂ ਪੰਜਾਬੀ। ਉਹਨਾਂ ਦਾ ਇੱਕ ਆਪਣਾ ਸੱਭਿਆਚਾਰ ਹੈ, ਇੱਕ ਆਪਣਾ ਭਾਈਚਾਰਾ ਹੈ ਉੱਥੋਂ ਦਾ। ਹਾਂਜੀ, ਉਹ ਭਾਈਚਾਰਾ ਜਿਹੜਾ ਸੀ, ਇਹਨਾਂ ਨੇ ਉਹਨੂੰ ਧਰਮ ਨਾਲ ਜੋੜਤਾ। ਜਿਹੜੀ ਕਸ਼ਮੀਰੀ ਨੈਸ਼ਨੈਲਿਟੀ ਸੀ, ਕਸ਼ਮੀਰੀ ਭਾਸ਼ਾ ਸੀ, ਸੱਭਿਆਚਾਰ ਸੀ, ਜੋ ਤੁਸੀਂ ਕਿਹਾ ਜਿਵੇਂ,
ਉਹਨੂੰ ਸਾਰੇ ਨੂੰ ਇੱਕ ਧਰਮ ਨਾਲ ਜੋੜਦਾ, ਕਿਉਂਕਿ ਬੀਜੇਪੀ ਦਾ ਪੱਕਾ ਹੀ ਹੈ, ਵੈਸੇ ਪਹਿਲਾਂ ਕਾਂਗਰਸ ਸਰਕਾਰ ਵੀ ਇਹੀ ਕੁਝ ਕਰਦੀ ਆਈ ਹੈ। ਸੋ ਜਦ ਤੁਸੀਂ ਉਸ ਨੂੰ ਬਿਨਾਂ ਮਤਲਬ ਦੇ ਧੱਕੇ ਨਾਲ ਧਰਮ ਨਾਲ ਜੋੜੋਗੇ, ਕਸ਼ਮੀਰੀ ਜਿਹੜਾ ਮੁਸਲਮਾਨ ਹੈ ਉਹਦੇ ਈਵਨ ਜਿਹੜੇ ਭਾਰਤ ਦੇ ਵਿੱਚ ਮੁਸਲਮਾਨ ਨੇ ਉਹਨਾਂ ਨਾਲ ਵੀ ਕੋਈ ਬਹੁਤਾ ਸੰਬੰਧ ਨਹੀਂ ਹੈ ਉਸ ਤਰੀਕੇ ਦਾ। ਉਹਨਾਂ ਨੇ ਕੋਈ ਵਿਆਹ ਸ਼ਾਦੀਆਂ ਵੀ ਨਹੀਂ ਹੁੰਦੀਆਂ ਇੱਥੇ, ਭਾਰਤ ਦਾ ਬਥੇਰੇ ਮੁਸਲਮਾਨ ਨੇ, ਵਿੱਚ ਕਸ਼ਮੀਰੀਆਂ ਦੀਆਂ ਇੱਧਰ ਹੋ ਸਕਦੀਆਂ ਸੀ, ਨਹੀਂ ਹੁੰਦੀਆਂ ਸੀ। ਉਹਦਾ ਕਾਰਨ ਕੀ ਹੈ ਕਿ ਉਹਨਾਂ ਦਾ ਸੱਭਿਆਚਾਰ ਨਹੀਂ ਮਿਲਦਾ। ਠੀਕ ਹੈ, ਪੰਡਿਤ ਨੇ ਦੂਜੇ ਜਿਨ੍ਹਾਂ ਨੂੰ ਮੁਸਲਮਾਨ ਕਹਿੰਦੇ ਨੇ, ਕਸ਼ਮੀਰੀ ਨੇ, ਪਰ ਉਹਨਾਂ ਦਾ ਆਪਸੀ ਸੱਭਿਆਚਾਰ ਬੋਲੀ ਮਿਲਦੀ ਹੈ। ਜਿਵੇਂ ਸਾਡੀ, ਜੇ ਅਸੀਂ ਦੇਖੀਏ ਜਿਹੜਾ ਲਹਿੰਦਾ ਪੰਜਾਬ ਹੈ, ਹੁਣ ਲਹਿੰਦੇ ਪੰਜਾਬ ਦਾ ਬੰਦਾ ਆਪਾਂ ਨੂੰ ਮਿਲ ਜੇ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਭਾਈ ਇਹ ਉਧਰ ਦਾ ਜਾਂ ਇੱਧਰ ਦਾ, ਜਿੰਨਾ ਚਲੋ ਖਾਸ ਤਰੀਕੇ ਨਾਲ ਕੱਪੜੇ ਪਹਿਨਾਵਾ, ਕਿਉਂਕਿ ਬੋਲੀ ਤਾਂ ਸਾਡੀ ਇੱਕੋ ਜਿਹੀ ਆ, ਪਰ ਬੋਲੀ ਦੇ ਵਿੱਚ ਇੱਕ ਦੂਜੇ ਨੂੰ ਸਮਝ ਆਉਂਦੀ, ਕੋਈ ਸਮਝਾਉਣ ਦੀ ਲੋੜ ਨਹੀਂ ਹੁੰਦੀ। ਸਾਡੇ ਸੱਭਿਆਚਾਰ ਵੀ ਪੁਰਾਣਾ ਇੱਕੋ ਜਿਹਾ, ਖਾਣਾ ਪੀਣਾ, ਰੋਟੀ ਦਾਲ, ਸਭ ਸ਼ਬਦ ਵੀ ਸਾਡੇ ਉਹੋ ਜਿਹੇ ਮਿਲਦੇ ਨੇ ਇੱਕ ਦੂਜੇ ਨਾਲ। ਸੋ ਇਸੇ ਤਰ੍ਹਾਂ ਕਸ਼ਮੀਰੀਆਂ ਦੇ, ਚਾਹੇ ਉਹ ਕਸ਼ਮੀਰੀ ਪੰਡਿਤ ਨੇ, ਚਾਹੇ ਉਹ ਕਸ਼ਮੀਰੀ ਮੁਸਲਮਾਨ ਨੇ, ਉਹਨਾਂ ਦਾ ਸੱਭਿਆਚਾਰ ਮਿਲਦਾ ਹੈ, ਉਹਨਾਂ ਦੀ ਬੋਲੀ ਮਿਲਦੀ ਹੈ। ਸੋ ਇਸ ਕਰਕੇ ਉਹ ਜਿਹੜਾ ਸਲੈਂਗ ਹੈ, ਜਿਹੜਾ ਤੌਰ ਤਰੀਕਾ, ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਰੱਖਦਾ ਹੈ, ਦੂਰ ਭਜਾਉਣ ਦੀ ਬਜਾਏ। ਹੁਣ ਇਹਨਾਂ ਨੇ ਕੀ ਕਰਿਆ, ਇਹਨਾਂ ਨੇ ਆਪਦੀ ਬਹਾਦਰੀ ਦਿਖਾਉਣ ਵਾਸਤੇ, ਹੋਰ ਕੋਈ ਐ ਨਹੀਂ ਹੈ ਵੀ 370 ਤੋੜਨ ਨਾਲ, 3 ਹਿੱਸੇ ਬਣਾਉਣ ਨਾਲ ਉੱਥੇ ਅੱਤਵਾਦ ਖਤਮ ਹੋ ਗਿਆ, ਉੱਥੇ ਪਾਕਿਸਤਾਨ ਦੀਆਂ ਜਿਹੜੀਆਂ ਕਾਰਵਾਈਆਂ ਸੀ ਉਹ ਡਾਕਟਰ ਸਾਹਿਬ ਇਹਨਾਂ ਨੇ ਉਦੋਂ ਦਾਅਵਾ ਤਾਂ ਇਹੀ ਕੀਤਾ ਸੀਗਾ ਕਿ ਉੱਥੇ ਅੱਤਵਾਦ ਵੀ ਖਤਮ ਹੋਏਗਾ, ਉੱਥੇ ਵਿਕਾਸ ਜਿਹੜਾ ਤੇਜ਼ੀ ਨਾਲ ਹੋਏਗਾ, ਤੇ ਜਿਹੜਾ ਕਸ਼ਮੀਰ ਹੈ ਉਹ ਸਥਿਤੀ ਬਿਲਕੁਲ ਵੱਖਰੀ ਹੋਏਗੀ, ਲੋਕਾਂ ਨੂੰ ਉੱਥੇ ਰੁਜ਼ਗਾਰ ਵੀ ਮਿਲੇਗਾ। ਮੈਂ ਜੰਡੂ ਸਾਹਿਬ, ਮੈਂ ਇਹੀ ਗੱਲ ਕਹਿਣੀ ਸੀ ਵੀ ਪਰ ਪਹਿਲਾਂ ਇਹਨਾਂ ਨੇ, ਮੈਂ ਆਉਣਾ ਵੀ ਇਹਨਾਂ ਨੇ ਕੀ ਕਿਹਾ, ਇਹਨਾਂ ਨੇ ਕਿਹਾ ਜੀ ਅਸੀਂ ਉੱਥੇ ਦੇਖੋ ਬੜਾ ਅੱਤਵਾਦ ਚੱਲ ਰਿਹਾ ਹੈ, ਦੇਸ਼ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਨੇ, ਇਹ ਹੋ ਹੀ ਤਾਂ ਰਹੀਆਂ ਨੇ ਕਿ ਧਾਰਾ 370 ਹੈਗੀ ਹੈ ਤੇ 35 ਹੈ, ਜਿਹਨੂੰ ਅਸੀਂ ਤੋੜ ਦਈਏ, ਹਿੱਸਿਆਂ 'ਚ ਵੰਡ ਦਈਏ, ਫਿਰ ਇਸ ਵੇਲੇ ਤੱਕ ਜਿਵੇਂ ਕੋਈ ਨਵਾਂ ਬੰਦਾ ਆਉਂਦਾ ਨਾ, ਉਹ ਸੋਚਦਾ ਵੀ ਪੁਰਾਣੇ ਸਾਡੇ ਬਾਪ ਦਾਦੇ ਤਾਂ ਬੇਵਕੂਫ ਹੀ ਸੀਗੇ ਤੇ ਮੈਂ ਹੀ ਜ਼ਿਆਦਾ ਸਿਆਣਾ, ਮੈਂ ਸ਼ਾਇਦ ਇਹਨੂੰ ਕਰਨਾ। ਕਦੇ ਕਦੇ ਉਹ ਠੀਕ ਵੀ ਹੋ ਜਾਂਦਾ ਹੈ, ਪਰ ਆਮ ਤੌਰ ਤੇ ਉਹ ਇਸ ਤਰ੍ਹਾਂ ਜੇ ਪੁਰਾਣੇ ਨੂੰ ਸਾਰੇ ਨੂੰ ਢਾਹ ਕੇ ਕੁਝ ਕਰਨਾ ਚਾਹੇ ਤਾਂ ਨਹੀਂ ਹੁੰਦਾ, ਬਹੁਤੇ ਵਾਰੀ ਨਹੀਂ ਹੁੰਦਾ, ਕਦੀ ਕਦੀ ਹੋ ਜਾਂਦਾ। ਇਹ ਵੀ ਉਸੇ ਟਰੈਪ 'ਚ, ਪਰ ਇਹਨਾਂ ਨੇ ਟਰੈਪ ਇਹ ਨਹੀਂ ਹੈ ਵੀ ਇਹਨਾਂ ਨੂੰ ਕੋਈ ਭੁਲੇਖਾ ਸੀ, ਮੈਨੂੰ ਅਜੇ ਵੀ ਸ਼ੰਕਾ ਹੈ, ਇਹਨਾਂ ਨੂੰ ਕੋਈ ਇਹ ਭੁਲੇਖਾ ਨਹੀਂ ਸੀ ਵੀ ਅਸੀਂ ਇਹਨੂੰ ਸੈੱਟ ਨਹੀਂ, ਇਹਨਾਂ ਨੂੰ ਪਤਾ ਸੀ ਅਸੀਂ ਨਹੀਂ ਸੈੱਟ ਕਰ ਸਕਾਂਗੇ। ਜਿਵੇਂ ਨੋਟਬੰਦੀ ਦੇ ਵਿੱਚ ਇਹਨਾਂ ਨੇ ਜਿਹੜੇ 3 ਟੀਚੇ ਰੱਖੇ ਸੀ ਉਹ ਕਿਹੜਾ ਪੂਰੇ ਕਰ ਸਕੇ, ਇਹਨਾਂ ਨੂੰ ਪਤਾ ਸੀ ਵੀ ਨਹੀਂ ਪੂਰੇ ਹੋਣੇ, ਪਰ ਰੱਖਤੇ। ਲੋਕਾਂ ਨੂੰ ਇੱਥੇ ਤੱਕ ਲੈ ਗਏ ਵੀ ਜਿਹੜੇ ਮਰਜ਼ੀ ਚੁਰਾਹੇ 'ਚ 50 ਦਿਨਾਂ ਬਾਅਦ ਖੜਾ ਲਿਓ ਤੇ ਮੈਂ ਜਵਾਬ ਦੇਵਾਂਗਾ। ਉਹ ਚੁਰਾਹਾ ਤਾਂ ਅੱਜ ਤੱਕ ਨਹੀਂ ਲੱਭਿਆ। ਇਸੇ ਤਰ੍ਹਾਂ ਹੀ ਕਸ਼ਮੀਰ ਬਾਰੇ ਕਿਹਾ ਕਿ 370 ਤੋੜ ਕੇ 35 ਤੋੜ ਕੇ ਦੇਖੋ ਜੀ ਤੁਸੀਂ ਉੱਥੇ ਜ਼ਮੀਨਾਂ ਖਰੀਦ ਸਕੋਗੇ, ਉੱਥੇ ਕਸ਼ਮੀਰੀਆਂ ਦਾ ਅਸੀਂ ਉੱਥੇ ਸ਼ਾਂਤੀ ਪੈਦਾ ਕਰ ਦਾਂਗੇ, ਉੱਥੇ ਵਿਕਾਸ ਕਰਾਂਗੇ, ਉੱਥੇ ਪੜ੍ਹਾਈ ਚੰਗੀ ਹੋਏਗੀ, ਉੱਥੇ ਰੁਜ਼ਗਾਰ ਪੈਦਾ ਹੋਣਗੇ। ਇਹ ਸਾਰੇ ਵਾਅਦੇ ਲੋਕਾਂ ਨਾਲ ਕਰਨ ਦੀ ਕੋਸ਼ਿਸ਼ ਕਰੀ, ਜਿਹੜੇ ਕਸ਼ਮੀਰੀ ਪੰਡਤ ਪਲਾਨ ਕਰਕੇ ਆ ਗਏ ਸੀ, ਜਿਹੜੀ ਕਿ ਯੋਜਨਾਬੱਧ ਤਰੀਕੇ ਨਾਲ ਪਲਾਨ ਕਰਾਈ ਗਈ ਸੀ 90 ਤੋਂ ਲੈ ਕੇ, ਉਹ ਵੀ ਵਾਪਸ ਅਸੀਂ ਕੁਛ, ਉਹ ਤਾਂ ਜਾਣ ਨੂੰ ਤਿਆਰ ਹੀ ਨਹੀਂ ਸੀਗੇ। ਉਹ ਕਹਿੰਦੇ ਸਾਡਾ ਉੱਥੇ ਵੀ ਰੁਜ਼ਗਾਰ ਨਹੀਂ, ਉਰੇ ਮਾੜਾ ਮੋਟਾ ਸੈੱਟ ਗਿਆ, ਹੁਣ ਉਰੋਂ ਉੱਜੜ ਜਾਗੇ। ਹੁਣ ਵੀ ਡਾਕਟਰ ਸਾਹਿਬ ਜਿਹੜੇ ਕੈਂਪ ਬਣਾਏ ਗਏ, ਜਿਹੜੀਆਂ ਉਹਨਾਂ ਦੀਆਂ ਕਲੋਨੀਆਂ ਬਣੀਆਂ, ਚਾਹੇ ਬਾਰਾਮੂਲਾ ਦੀ ਹਿੰਦੂ ਕਸ਼ਮੀਰੀ ਪੰਡਤ ਕਲੋਨੀ ਹੈ, ਇਸ ਤਰ੍ਹਾਂ ਹੀ ਸ੍ਰੀਨਗਰ ਜਿਹੜੀ ਇੰਦਰਾ ਨਗਰ ਕਲੋਨੀ ਹੈ, ਉਹਨਾਂ ਨੂੰ ਤਾਂ ਕਹਿੰਦੇ ਹੁਣ ਸੀਲ ਕੀਤਾ ਪਿਆ, ਮਤਲਬ ਬੰਦ ਕਰਕੇ ਉੱਥੇ ਅੰਦਰ ਰੱਖਿਆ ਜਾ ਰਿਹਾ, ਉੱਥੋਂ ਤਾਂ ਆਉਣਾ ਚਾਹੁੰਦੇ ਆ ਲੋਕ। ਨਹੀਂ, ਇਹੀ ਕਰਨਾ ਨਾ ਤੁਸੀਂ ਜੇ ਲੋਕਾਂ 'ਚ ਪਾੜਾ ਪਾਤਾ, ਲੋਕਾਂ ਦੇ ਵਿੱਚ ਇੰਨਾ ਇੱਕ ਦੂਜੇ 'ਚ ਘਿਰਣਾ ਪੈਦਾ ਕਰਤੀ, ਤਾਂ ਫਿਰ ਨੈਚੁਰਲੀ ਲੋਕ ਬਾਹਰ ਜਾਣਗੇ। ਦੇਖੋ ਗੱਲ ਇਹ ਹੈ, ਲੋਕ ਕਿਤੇ ਵੀ ਜਦ ਜਾਂਦੇ ਨੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕ ਸੱਚ ਹੀ। ਸੋ ਵੱਡੀ ਗੱਲ ਤਾਂ ਹੈਗੀ ਆ, ਰੁਜ਼ਗਾਰ ਵਾਸਤੇ ਬੰਦਾ ਭੱਜਦਾ, ਉੱਥੇ ਰੁਜ਼ਗਾਰ ਰਿਹਾ ਹੀ ਨਹੀਂ, ਉੱਥੇ ਰੁਜ਼ਗਾਰ ਉਹ ਕਰ ਹੀ ਨਹੀਂ ਸਕਦੇ, ਇਸ ਕਰਕੇ ਆ ਰਹੇ ਨੇ ਕਿਉਂਕਿ ਹਾਲਤਾਂ ਮਾੜੀਆਂ ਪੈਦਾ ਕਰਤੀਆਂ। ਹੁਣ ਜੇ ਤੁਸੀਂ ਧਰਤੀ ਨੂੰ ਸਮੁੰਦਰ ਬਣਾ ਦੋਗੇ, ਟੋਆ ਖੱਡਾ ਬਣਾ ਦੋਗੇ, ਉੱਥੇ ਫਿਰ ਰੁਜ਼ਗਾਰ ਕਾਹਦਾ ਰਹਿਣਾ? ਜਿਹੜਾ ਬੰਦਾ ਆਪਦੀ ਖੇਤੀ ਕਰਦਾ, ਉੱਥੇ ਤੁਸੀਂ ਸਾਰੀ ਪੱਟੀ ਮਿੱਟੀ ਵੱਡੇ ਟੋਏ ਬਣਾਤੇ ਡੂੰਘੇ, ਉਹ ਵਿਚਾਰਾ ਕੀ ਕਰੂਗਾ? ਜਾਊਗਾ ਹੀ ਕਿਤੇ ਨਾ। ਸੋ ਕਸ਼ਮੀਰ ਉਹਨਾਂ ਵਾਸਤੇ ਇੱਕ ਟੋਆ ਬਣ ਗਿਆ, ਜਿਹੜੇ ਉੱਥੇ ਦੇ ਹਿੰਦੂ ਨੇ। ਕਿਉਂਕਿ ਜਿਹੜੇ ਉੱਥੇ ਐਕਸਟ੍ਰੀਮਿਸਟ ਐਲੀਮੈਂਟ ਹੈ, ਜਿਹਨੂੰ ਪਾਕਿਸਤਾਨ ਦੀ ISI ਸਪੋਰਟ ਦਿੰਦੀ ਹੈ, ਔਰ ਕਈ ਤਾਂ ਇਹ ਵੀ ਕਹਿੰਦੇ ਨੇ ਵੀ ਸਾਡੀਆਂ ਏਜੰਸੀਆਂ ਵੀ ਇਹੀ ਚਾਹੁੰਦੀਆਂ ਨੇ ਬਸ ਕੋਈ ਇੱਟਾ ਖੜਕਾ ਜਿਹਾ ਹੁੰਦਾ ਰਹੇ, ਕੋਈ ਖੜਕਾ ਦੜਕਾ ਹੁੰਦਾ ਰਹੇ, ਉਹ ਵੀ ਉਹਨਾਂ ਦੇ ਵੀ ਕੰਟੈਕਟ ਰਹਿੰਦੇ ਨੇ ਉੱਥੇ। ਤੇ ਇਸੇ ਕਰਕੇ ਹਰ ਵਾਰੀ ਸਾਡਾ ਜਿਹੜੇ ਸੁਰੱਖਿਆ ਸਲਾਹਕਾਰ ਹੁੰਦੇ ਨੇ ਉਹ ਇਨਵੋਲਵਡ ਹੁੰਦੇ ਨੇ ਇਹਨਾਂ ਗੱਲਾਂ 'ਚ। ਕਹਿੰਦੇ ਨੇ ਬੜੇ ਲੋਕ ਦੋਸ਼ ਲਾਉਂਦੇ, ਪਰ ਦੋਨੇ ਤਰ੍ਹਾਂ ਦਾ ਹੁੰਦਾ, ਕੂਟਨੀਤਿਕ ਚਾਲਾਂ ਬਹੁਤ ਹੁੰਦੀਆਂ ਨੇ ਤੇ ਬਹੁਤ ਕੁਝ ਕਰਨਾ ਵੀ ਪੈਂਦਾ। ਪਰ ਮੈਂ ਇੱਕ ਗੱਲ ਕਹਾਂਗਾ ਜੰਡੂ ਸਾਹਿਬ, ਇਹ ਬੜਾ ਸਪਸ਼ਟ ਹੈ ਕਿ ਉੱਥੋਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਗਿਆ ਹੈ, ਕਿਉਂਕਿ BJP ਜਿਹੜੀ ਸਰਕਾਰ ਹੈ, ਇਹਦਾ ਨਿਸ਼ਾਨਾ ਜਿਹੜਾ ਹੈ
ਉਹ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ, ਜਾਂ ਕਹਿ ਲਓ ਘੱਟ ਗਿਣਤੀਆਂ ਤੇ ਹਿੰਦੂਆਂ ਦੇ ਵਿੱਚ, ਸ਼ਡਿਊਲਡ ਕਾਸਟਾਂ ਤੇ ਹਿੰਦੂਆਂ ਦੇ ਵਿੱਚ, ਆਦੀਵਾਸੀਆਂ ਤੇ ਹਿੰਦੂਆਂ ਦੇ ਵਿੱਚ, ਬਾਕੀਆਂ ਦੇ ਵਿੱਚ ਪਾੜਾ ਪਾਉਣਾ ਇਹਨਾਂ ਦਾ। ਇਸੇ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ ਲਾਲਾ ਹਰਦਿਆਲ ਨੇ ਲਿਖੀ ਸੀ, ਇਹ ਉਹਦੇ ਤੇ ਬੜੇ ਜ਼ੋਰ ਨਾਲ ਪਹਿਰਾ ਦੇਣ ਵਾਲੇ ਨੇ। ਸੋ ਇਹਨਾਂ ਨੇ ਉਹ ਪਾੜਨ ਦੀ ਕੋਸ਼ਿਸ਼ ਕਰੀ ਸੀ, ਜਿਹਦੇ ਵਿੱਚ ਜ਼ੋਰ ਲਾ ਲਿਆ। ਆਪਾਂ ਨੂੰ ਪਤਾ ਇੰਟਰਨੈਟ ਬੰਦ ਕਰਤਾ ਸੀ, ਕਿਸੇ ਨੂੰ ਉੱਥੇ ਜਾਣ ਨਹੀਂ ਦਿੱਤਾ ਸੀ। ਗਏ ਉੱਥੇ ਜਾਣ ਦੀ ਕੋਸ਼ਿਸ਼ ਕਰੀ, ਇਹਨਾਂ ਦਾ ਹਾਲ ਪੁੱਛਿਆ ਹੀ ਤੁਹਾਡੇ ਬੰਦੇ ਤਾਂ ਪੱਤਰਕਾਰਾਂ ਦੇ ਫੇਰ ਜਾ ਆਏ ਸੀਗੇ, ਸਾਡੇ ਵਾਲਿਆਂ ਨੂੰ ਤਾਂ ਜਾਣ ਹੀ ਨਹੀਂ ਦਿੱਤਾ। ਸਾਨੂੰ ਉੱਥੇ ਮਾਧੋਪੁਰ ਹੈਡਵਰਕਸ ਦੀ ਰੋਕਤਾ ਸੀ, ਸਾਨੂੰ ਧਰਨਾ ਵੀ ਮਾਰਨਾ ਪਿਆ ਤਾਂ ਵੀ ਨਹੀਂ ਮੰਨੇ ਉਹ। ਸੋ ਉਹ ਜਿਹੜਾ ਸਭ ਕੁਝ ਰੋਕ ਕੇ, ਔਰ ਉੱਥੇ ਲੋਕਾਂ ਦੀ ਡਿਲੀਵਰੀ ਨਹੀਂ ਹੋਈ, ਹਸਪਤਾਲ 'ਚ ਨਹੀਂ ਪਹੁੰਚ ਸਕੇ, ਇੰਨਾ ਜ਼ਿਆਦਾ ਤਸ਼ੱਦਦ ਹੋਣ ਦੇ ਬਾਵਜੂਦ ਉਹ ਨਾ ਤਾਂ, ਬਲਕਿ ਲੋਕਾਂ ਨੂੰ ਹੋਰ ਬੇਜ਼ਾਰ ਕਰਤਾ। ਜਿਹੜੇ ਕਸ਼ਮੀਰੀ ਉੱਥੇ ਲੋਕ ਸੀਗੇ, ਜਿਨ੍ਹਾਂ ਨੂੰ ਇਹ ਮੁਸਲਮਾਨ ਕਹਿੰਦੇ ਨੇ, ਜਿਨ੍ਹਾਂ ਨੂੰ ਮੁਜਾਹਿਦੀਨ ਕਹਿੰਦੇ ਨੇ, ਉਹ ਹੋਰ ਬੇਜ਼ਾਰ ਹੋ ਗਏ। ਜਿਹੜਾ ਉਹਨਾਂ ਦਾ ਭਾਰਤ ਆ, ਉਹ ਕਿ ਉੱਥੇ ਉਧਰ ਨਹੀਂ ਜਾਣਾ ਚਾਹੁੰਦੇ ਸੀ। ਜੇ ਉਧਰ ਜਾਣਾ ਚਾਹੁੰਦੇ ਨੇ ਇੱਧਰ ਲੜਦੇ ਕਿਉਂ? ਉਹ ਨਾ ਪਾਕਿਸਤਾਨ 'ਚ ਜਾਣਾ ਚਾਹੁੰਦੇ ਨੇ, ਉਹ ਹਿੰਦੁਸਤਾਨ ਦਾ ਹਿੱਸਾ ਹੈ, ਹਿੰਦੁਸਤਾਨ 'ਚ ਹੀ ਰਹਿਣਾ ਚਾਹੁੰਦੇ ਨੇ, ਪਰ ਰਹਿਣਾ ਅਣਖ ਨਾਲ ਚਾਹੁੰਦੇ ਨੇ, ਆਪਦੇ ਸੱਭਿਆਚਾਰ ਅਣਖਣਾ ਨੂੰ। ਚਾਹੁੰਦੇ ਆ। ਇਹ ਡਾਕਟਰ ਸਾਹਿਬ ਇਹਨਾਂ ਕਿਤੇ ਨੇ ਨਾ ਉਹਨਾਂ ਦੀ ਕਿਤੇ, ਅਣਖ ਮਾਰੀ। ਹਾਂਜੀ, ਕਿਤੇ ਨਾ ਕਿਤੇ ਇਹ ਗੱਲ ਲੱਗਦੀ ਹੈ ਕਿ ਜਿਹੜੇ ਪਿਛਲੇ 70 ਸਾਲ ਲੰਘੇ, ਉਹਨਾਂ 'ਚ ਕੇਂਦਰ 'ਚ ਕੋਈ ਵੀ ਸਰਕਾਰ ਰਹੀ, ਉਹ ਉੱਥੋਂ ਦੇ ਲੋਕਾਂ ਦਾ ਭਰੋਸਾ ਜਿੱਤਣ 'ਚ ਕਾਮਯਾਬ ਨਹੀਂ ਹੋ ਸਕੀ। ਜਿਹੜੀਆਂ ਵੀ ਨੀਤੀਆਂ ਅਪਣਾਈਆਂ ਗਈਆਂ, ਉਹਦੇ ਨਾਲ ਇੱਕ ਦੂਰੀ ਵਧੀ, ਬਜਾਏ ਇਸ ਦੇ ਕਿ ਉਹਨਾਂ ਦਾ ਭਰੋਸਾ ਜਿੱਤ ਕੇ ਉਹ ਨਾਲ ਜੁੜਦੇ। ਉਸ ਦੇ ਥਾਂ ਦੇ ਉੱਤੇ ਇਸ ਤਰ੍ਹਾਂ ਦੀ ਸਥਿਤੀ, ਖਾਸ ਕਰਕੇ 1990 ਤੋਂ ਬਾਅਦ ਤਾਂ ਇਹ ਸਥਿਤੀ ਵਧੀ ਲਗਾਤਾਰ ਹੀ। ਤੇ ਹੁਣ ਲੱਗਦਾ ਨਹੀਂ ਕਿਤੇ ਨਾ ਕਿਤੇ ਕਿ ਉਹ ਜਿਹੜੀਆਂ ਉੱਥੇ ਦੀਆਂ ਰਾਜਸੀ ਪਾਰਟੀਆਂ ਜਾਂ ਜਿਹੜੇ ਉਹਨਾਂ ਦੇ ਨੁਮਾਇੰਦੇ ਆ ਲੋਕਾਂ ਦੇ, ਜੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਬੰਦ ਕਰਕੇ ਰੱਖੋਗੇ ਤਾਂ ਉੱਥੇ ਜਿਹੜੀ ਸ਼ਾਂਤੀ ਦੀ ਤੁਸੀਂ ਕਿਸ ਤਰ੍ਹਾਂ ਉਮੀਦ ਕਰ ਸਕਦੇ ਹੋ? ਇੱਕ ਦੂਸਰਾ, ਉਹਨਾਂ ਲੋਕਾਂ ਦਾ ਜੇ ਤੁਸੀਂ ਭਰੋਸਾ ਨਹੀਂ ਜਿੱਤਦੇ, ਜੇ ਉਹਨਾਂ ਲੋਕਾਂ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਜਿਹੜੇ ਅਸਲ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਮੁਤਾਬਕ ਉੱਥੇ ਹੱਲ ਕਰਨ ਦਾ ਯਤਨ ਨਹੀਂ ਕਰਦੇ, ਤਾਂ ਕੀ ਫੌਜ ਦੇ ਨਾਲ, ਪੁਲਿਸ ਦੇ ਨਾਲ, ਸੁਰੱਖਿਆ ਦਸਤਿਆਂ ਦੇ ਨਾਲ ਉਹਨਾਂ ਨੂੰ ਦਬਾਇਆ ਤਾਂ ਜਾ ਸਕਦਾ, ਕੰਟੇਨ ਤਾਂ ਕੀਤਾ ਜਾ ਸਕਦਾ, ਪਰ ਉਸ ਮਸਲੇ ਦਾ ਹੱਲ ਤਾਂ ਨਹੀਂ ਹੋਏਗਾ। ਬਿਲਕੁਲ ਠੀਕ ਹੈ ਜੰਡੂ ਸਾਹਿਬ ਤੁਸੀਂ, ਪਰ ਇੱਕ ਗੱਲ ਜ਼ਰੂਰ ਹੈ, ਐ ਨਹੀਂ ਹੈ ਵੀ ਉਹਨਾਂ ਦਾ ਭਰੋਸਾ ਜਿੱਤਣ ਦੀ ਬਿਲਕੁਲ ਹੀ ਕੋਸ਼ਿਸ਼ ਨਹੀਂ ਹੋਈ। ਜੋ ਕੋਸ਼ਿਸ਼ ਮਾੜੀ ਮੋਟੀ ਹੋਈ ਸੀ ਪਹਿਲੇ 30 ਸਾਲ 35 ਸਾਲ, ਤਾਂ ਉੱਥੇ ਇੰਨੀ ਬੇਚੈਨੀ ਵੀ ਨਹੀਂ ਪੈਦਾ ਹੋਈ ਸੀ। ਬੇਚੈਨੀ ਹੌਲੀ ਹੌਲੀ ਜਦੋਂ ਭਰੋਸਾ ਟੁੱਟਣਾ ਸ਼ੁਰੂ ਹੋਇਆ, ਜਿਹੜਾ ਮਾੜਾ ਮੋਟਾ ਬੇਚੈਨ ਭਰੋਸਾ ਬਣਿਆ ਜੀ ਸੀ, ਜੀ ਉਹ ਜੀ ਤੋੜਨਾ ਸ਼ੁਰੂ ਕਰਤਾ 70ਵਿਆਂ ਤੋਂ ਬਾਅਦ। ਜਦੋਂ ਟੁੱਟਣਾ ਸ਼ੁਰੂ ਹੋਇਆ, ਖਾਸ ਕਰਕੇ 80ਵਿਆਂ ਤੋਂ ਬਾਅਦ, ਜਿਵੇਂ ਤੁਸੀਂ 90 ਤੋਂ ਕਿਹਾ, 80ਵੇਂ ਤੋਂ ਹੀ ਟੁੱਟਣਾ ਸ਼ੁਰੂ ਹੋ ਗਿਆ। ਜਦੋਂ ਭਰੋਸਾ ਟੁੱਟਣਾ ਸ਼ੁਰੂ ਹੋ ਗਿਆ, ਤਾਂ ਜਿਹੜੇ ਉੱਥੇ ਐਕਸਟ੍ਰੀਮਿਸਟ ਐਲੀਮੈਂਟ ਸੀਗੇ, ਅੱਤਵਾਦੀ ਐਲੀਮੈਂਟ ਸੀਗੇ, ਪਾਕਿਸਤਾਨ ਦੇ ਕਰੋ ਸ਼ਹਿਦ ਪਾਕਿਸਤਾਨ ਨੂੰ ਵੀ ਕਰਨ ਮੌਕਾ ਵਾਲੇ ਮਿਲ ਗਿਆ ਉੱਥੇ ਦਖਲ ਦੇਣ ਦਾ। ਗਵਾਂਢੀ ਤਾਂ ਚੁੱਕਦਾ ਹੀ ਹੈ ਫਿਰ ਤੁਹਾਡੇ ਜਵਾਕ ਨੂੰ। ਸੋ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਉਸ ਯੂਥ ਨੂੰ ਇਸ ਪਾਸੇ ਕਰਨ ਲੱਗੇ। ਹੁਣ ਜਿਹੜੇ ਬੰਦੇ ਉੱਥੇ 30 35 ਸਾਲ ਦੇ ਹੋ ਗਏ, 40 ਸਾਲ ਦੇ ਹੋ ਗਏ, ਜਿਨ੍ਹਾਂ ਨੇ ਕਦੇ ਉੱਥੇ ਸ਼ਾਂਤੀ ਦੇਖੀ ਹੋਈ, ਜਿਨ੍ਹਾਂ ਨੇ ਉੱਥੇ ਕਦੇ, ਜਿਹੜੀ ਅਸੀਂ ਸੁਰੱਖਿਆ ਦਸਤੇ ਲਗਾਏ ਹੋਏ ਨੇ, ਉਹਨਾਂ ਪ੍ਰਤੀ ਉਹਨਾਂ ਦੇ ਮਨ 'ਚ ਕਾਫੀ ਘਿਰਨਾ, ਕਾਫੀ ਉਹਨਾਂ ਦੇ ਰੋਸ ਪੈਦਾ ਹੋ ਗਿਆ। ਉਹ ਉਹਨਾਂ ਨੂੰ ਐ ਸਮਝਦੇ ਨਹੀਂ ਵੀ ਇਹ ਭਾਰਤ ਦੇ ਅਸੀਂ ਹਿੱਸਾ। ਉਹਨਾਂ ਲੋਕਾਂ ਦੀ ਜਿਹੜੀ ਬੇਗਾਨਗੀ ਦੀ ਭਾਵਨਾ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ, ਜਦ ਤੁਸੀਂ ਬੇਗਾਨਗੀ ਦੀ ਭਾਵਨਾ ਪੈਦਾ ਕਰ ਦੋ ਕਿਸੇ ਦੇ ਵਿੱਚ, ਤੇ ਫਿਰ ਤਾਂ ਉਹ ਨਹੀਂ ਉੱਥੇ ਉਸ ਤਰ੍ਹਾਂ ਸ਼ਾਂਤ ਰਹੇਗਾ। ਮਰਨਾ ਉਹਨੂੰ ਕਬੂਲ ਹੋ ਗਿਆ, ਛੋਟੇ ਛੋਟੇ ਜਵਾਕ ਮਰਨ ਨੂੰ ਤਿਆਰ ਹੋ ਗਏ। ਸੋ ਤੁਸੀਂ ਡੰਡੇ ਨਾਲ, ਤੁਸੀਂ ਫੌਜਾਂ ਨਾਲ ਕਿਸੇ ਨੂੰ ਥੋੜੀ ਦੇਰ ਤਾਂ ਦਬਾ ਸਕਦੇ ਹੋ, ਅੰਦਰ ਵਾੜ ਕੇ ਵੀ ਬੰਦ ਕਰ ਸਕਦੇ ਹੋ, ਪਰ ਸਦਾ ਲਈ ਉਹ ਮੂਵਮੈਂਟ ਨੂੰ ਦਬਾ ਨਹੀਂ ਸਕਦੇ। ਖਿੱਦੋਂ ਨੂੰ ਜਿੰਨੀ ਤੁਸੀਂ ਦਬਾਉਣੇ ਹੋ, ਸਾਇੰਸ ਦਾ ਰੂਲ ਹੈ, ਵਿਗਿਆਨ ਇਹ ਕਹਿੰਦੀ ਹੈ, ਜਿੰਨੇ ਜ਼ੋਰ ਨਾਲ ਦਬਾਓਗੇ ਉਨੀ ਜ਼ੋਰ ਨਾਲ, ਫਿਰ ਜਦ ਮਾੜਾ ਜਿਹਾ ਪ੍ਰੈਸ਼ਰ ਪਰਾਂ ਹੋਇਆ, ਉਦੀ ਜ਼ੋਰ ਨਾਲ ਉੱਚੀ ਜਾਂਦੀ ਹੈ। ਸੋ ਅੱਜ ਕਸ਼ਮੀਰੀਆਂ ਦਾ ਕੌਨਫੀਡੈਂਸ, ਉਹਨਾਂ ਦਾ ਵਿਸ਼ਵਾਸ ਜਿੱਤਣ ਦੀ ਬਜਾਏ ਦੋ ਗੱਲਾਂ ਕਰੀਆਂ ਜਾ ਰਹੀਆਂ ਨੇ। ਉਹਨਾਂ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ। ਪਹਿਲੀ ਗੱਲ, ਇੱਕ ਬਿਊਟੀ ਇਹ ਹੈ, ਪੰਜਾਬ 'ਚ ਸ਼ਾਇਦ ਕਦੀ ਨਹੀਂ ਹੋਈਆਂ। ਗੁਪਕਾਰ ਉਹਨਾਂ ਨੇ ਜਿਹੜਾ ਫਰੰਟ ਬਣਾਇਆ, ਹਾਂ, ਗੁਪਕਾਰ ਬਣਾ, ਉਹਨਾਂ ਨੇ ਇਕੱਠੇ ਹੋ ਕੇ ਕਿਹਾ ਵੀ ਭਾਈ ਸਾਡਾ ਇੱਥੇ ਇੱਕ ਤਾਂ ਸਾਡਾ ਸਟੇਟਹੁੱਡ ਬਹਾਲ ਕਰੋ, ਇੱਕ ਇੱਥੇ ਚੋਣ ਕਰੋ, ਇੱਥੇ ਸਿਵਲੀਅਨ ਉਹ ਕਰੋ, ਕੁਛ ਰਾਜ ਦਿਓ। ਉਹਨਾਂ ਨੇ ਬੜੀਆਂ ਜੈਨੂਇਨ ਗੱਲਾਂ ਕਰੀਆਂ। ਮੈਂ ਨਹੀਂ ਕਹਿਣ ਨੂੰ ਤਿਆਰ ਵੀ ਉਹਨਾਂ ਨੇ ਕੋਈ ਨੈਗੇਟਿਵ ਬਹੁਤ ਵੱਡੀ ਗੱਲ ਕਰੀ ਹੋਵੇ, ਪਰ ਸਾਡੀ ਸਰਕਾਰ ਨੇ, ਮੇਰਾ ਖਿਆਲ ਹੈ, ਉਸ ਆਵਾਜ਼ ਨੂੰ ਸੁਣਿਆ ਨਹੀਂ। ਜਦੋਂ ਉਸ ਆਵਾਜ਼ ਨੂੰ ਨਹੀਂ ਸੁਣਿਆ ਜਾਏਗਾ, ਪਹਿਲਾਂ ਇਹਨਾਂ ਨੇ ਇਹ ਉਹ ਮਤਲਬ ਐਕਸਟ੍ਰੀਮਿਸਟ ਐਲੀਮੈਂਟ ਨਾਲ ਸਮਝੌਤਾ ਕਰਨ ਤੱਕ ਦੀ ਗੱਲ ਗਈ। ਇਹ ਬੀਜੇਪੀ ਸਰਕਾਰ ਹੀ ਸੀ ਜਿਹੜੀ 4 ਐਕਸਟ੍ਰੀਮਿਸਟਾਂ ਨੂੰ ਬਾਹਰ ਛੱਡ ਕੇ ਆਈ ਸੀ ਅਫਗਾਨਿਸਤਾਨ ਦੇ ਵਿੱਚ। ਇਹ ਬੀਜੇਪੀ ਸਰਕਾਰ ਹੀ ਛੱਡ ਕੇ ਆਈ ਸੀ। ਹਵਾਈ ਵੈਸੇ ਵੀ ਜਹਾਜ਼ ਉਦੋਂ ਡਾਕਟਰ ਸਾਹਿਬ ਉਹ ਇੱਕ ਪਹਿਲਾ ਮੌਕਾ ਸੀਗਾ ਕਿ ਜਦੋਂ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਵੀ ਮੁਸਲਮਾਨ ਸੀਗਾ। ਹਾਂ, ਵੀ ਇਸ ਕਰਕੇ ਜਿਹੜਾ ਮੇਰਾ ਕਹਿਣ ਦਾ ਮਤਲਬ ਇਹ ਹੈ ਮੋਟਾ ਹੀ,
ਵੀ ਜਦ ਤੁਸੀਂ ਕਿਸੇ ਜਿਹੜੀ ਕੌਮੀਅਤ ਹੈ ਉਸ ਕੌਮੀਅਤ ਦੀ ਗੱਲ ਹੀ ਨਹੀਂ ਸੁਣਨ ਤਿਆਰ, ਉਹਦੇ ਜਿਹੜੇ ਬਲਕਿ ਤੁਸੀਂ ਉਹਦੇ ਜਿਹੜੇ ਪੋਲੀਟੀਕਲ ਲੀਡਰ ਨੇ, ਇੱਕ ਗੱਲ ਇਹਨਾਂ ਨੂੰ ਇੰਨੀ ਤਾਂ ਪਤਾ ਹੋਣੀ ਚਾਹੀਦੀ, ਜੇ RSS ਅੱਜ ਕਾਲ ਦਿੰਦਾ ਹੈ, BJP ਕਾਲ ਦਿੰਦੀ ਹੈ, ਉਹ ਜਾਇਜ਼ ਹੋਵੇ ਨਜਾਇਜ਼ ਹੋਵੇ, ਲੋਕ ਉੱਠ ਕੇ ਆਉਂਦੇ ਨੇ ਨਾ, ਉਹਨਾਂ ਦੇ ਪਿੱਛੇ ਲੱਗੇ ਹੋਏ ਨੇ। ਇਦਾਂ ਹੀ ਜਿਹੜੇ ਕਸ਼ਮੀਰ ਦੇ ਨੇਤਾ ਨੇ, ਜਿਹੜੇ ਸਿਵਲੀਅਨ ਰਾਈਟਸ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਜਿਹੜੇ ਭਾਰਤ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਤੁਸੀਂ ਉਹਨਾਂ ਨੂੰ ਆਈਸੋਲੇਟ ਕਰ ਰਹੇ ਹੋ, ਕਿਉਂਕਿ ਤੁਸੀਂ ਉੱਥੇ ਆਪਦਾ ਪੋਲੀਟੀਕਲ ਆਊਟਫਿਟ ਲੈਣਾ ਹੈ। ਨਾਲੇ ਉਹ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਆ, ਭਾਰਤ ਦੇ ਸੰਵਿਧਾਨ ਦੇ ਅਧੀਨ ਉਹਨਾਂ ਨੇ ਉੱਥੇ ਰਾਜ ਚਲਾਏ ਹੋਏ, ਹੁਕੂਮਤ ਕੀਤੀ ਹੋਈ ਹੈ, ਚਾਹੇ ਉਹ ਨੈਸ਼ਨਲ ਕਾਨਫਰੰਸ ਹੈ, ਚਾਹੇ ਉਹ PDP ਹੈ। ਉਹਨਾਂ ਨੂੰ ਤੁਸੀਂ ਆਈਸੋਲੇਟ ਕਰਤਾ, ਫਿਰ ਉਹਨਾਂ ਨੂੰ ਸਾਹਮਣੇ ਕੌਣ? ਇੱਕ ਬਹੁਤ ਵੱਡਾ ਜਿਹਾ ਪਾਣੀ ਆਉਂਦਾ, ਹੜ੍ਹ, ਉਹਨੂੰ ਉਹ ਦਰਿਆ ਦੇ ਕੰਢੇ ਤਾਂ ਸਾਂਭ ਲੈਂਦੇ ਨੇ, ਜੇ ਤੁਸੀਂ ਕੰਢੇ ਪੱਟਤੇ ਫਿਰ ਸਾਹਮਣੇ ਕੌਣ? ਉਸ ਨੂੰ ਫਿਰ ਤਾਂ ਹੜ੍ਹ ਹੀ ਬਣੇਗਾ ਉਹ। ਸੋ ਜਿਹੜੇ ਉਹ ਲੋਕਾਂ ਦਾ ਹੜ੍ਹ ਹੈ, ਉਸ ਨੂੰ ਉਹ ਜਿਹੜੇ ਸਿਵਲੀਅਨ ਲੀਡਰ ਨੇ, ਜਿਹੜੇ ਉੱਥੇ ਸਰਕਾਰਾਂ ਚਲਾਉਂਦੇ ਰਹੇ ਨੇ, ਜਿਹੜੇ ਉਹਨਾਂ ਤੋਂ ਗਾਲਾਂ ਵੀ ਖਾਂਦੇ ਨੇ, ਜਿਹੜੇ ਪਾਕਿਸਤਾਨੀ ਲੋਕ ਨੇ, ਉਹ ਵੀ ਜਿਹੜੇ ਉੱਥੇ ਮੁਸਲਮਾਨ ਕਸ਼ਮੀਰੀ ਨੇ, ਉਹ ਵੀ ਉਹਨਾਂ ਨੂੰ ਕਈ ਵਾਰ ਗਾਲਾਂ ਕੱਢਦੇ ਨੇ ਵੀ ਇਹਨਾਂ ਨੇ ਸਾਡਾ ਕੱਖ ਨਹੀਂ ਰਹਿਣ ਦਿੱਤਾ, ਜਿਵੇਂ ਉਰੇ ਵੀ ਤਾਂ ਆਪਣੇ ਲੀਡਰ ਨੂੰ ਕਹਿੰਦੇ ਹੀ ਰਹਿੰਦੇ ਨੇ। ਸੋ ਉਹ ਇਸ ਗੱਲ ਦੇ ਬਾਵਜੂਦ ਕਿ ਉਹ ਤੱਤੀਆਂ ਠੰਡੀਆਂ ਹਵਾਵਾਂ ਦੇ ਵਿੱਚ ਇੱਥੇ ਸਿਵਲੀਅਨ ਜਿਹੜਾ ਰੂਲ ਹੈ ਉਹਨੂੰ ਲਾਗੂ ਰੱਖਣ ਦੀ ਪੂਰੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਸੀ। ਪਰ ਮੈਨੂੰ ਨਹੀਂ ਲੱਗਦਾ ਵੀ ਸਾਡੀ ਜਿਹੜੀ ਸਰਕਾਰ ਹੈ ਇਹਨੇ, ਹੁਣ ਕੀ ਹੋ ਗਿਆ, ਕਿਉਂਕਿ ਉਹ ਤਾਂ ਆਈਸੋਲੇਟ ਕਰਤੇ, ਉਹ ਗੁਪਕਾਰ ਨੂੰ ਤਾਂ ਜਮਾਂ ਹੀ ਜ਼ੀਰੋ ਹੀ ਕਰਤਾ ਇਹਨਾਂ ਨੇ ਇੱਕ ਕਿਸਮ ਦਾ ਪ੍ਰੈਕਟੀਕਲੀ। ਤਾਂ ਜਦੋਂ ਪ੍ਰੈਕਟੀਕਲੀ ਜ਼ੀਰੋ ਹੋ ਗਈ, ਲੋਕਾਂ ਦਾ ਵਿਸ਼ਵਾਸ ਟੁੱਟ ਗਿਆ, ਤੇ ਉਧਰੋਂ ਜਿਹੜੀਆਂ ISI ਹੋਰ ਜਿਹੜੀ ਏਜੰਸੀਆਂ ਨੇ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਉਂਗਲ ਲਾਓ ਹੋਰ, ਤੇ ਉਹ ਫਿਰ ਹੁਣ ਕਤਲ ਹੋਣੇ ਸ਼ੁਰੂ ਹੋ ਗਏ, ਮੁਲਾਜ਼ਮਾਂ ਦੇ ਕਤਲ ਕਰਤੇ, ਜਿਹੜੇ ਉੱਥੇ ਮੁਲਾਜ਼ਮ ਸੀਗੇ ਮੁਲਾਜ਼ਮ ਮਜ਼ਦੂਰ ਜਿਹੜੇ ਵੀ ਪ੍ਰਵਾਸੀ ਸੀ ਉੱਥੇ। ਹਾਂਜੀ ਹਾਂ, ਉਹ ਜਿਹੜਾ ਤੇ ਕਹਿੰਦੇ ਉੱਥੇ ਜਾ ਕੇ ਜ਼ਮੀਨ ਲੈ ਲਓਗੇ, ਹੁਣ ਜਿਹੜੇ खट्टर साहब ਨੂੰ ਕੋਈ ਪੁੱਛੇ, ਜਿਹੜੇ ਕਹਿੰਦੇ ਜ਼ਮੀਨ ਲੈ ਲੋਗੇ, उनकी गोरी लड़कियों के साथ, छोरियों के साथ शादी कराओगे, ਇਹਨੂੰ ਪੁੱਛੋ ਸ਼ਾਦੀ ਦੀ ਤੇ ਗੱਲ ਛੱਡੋ, ਉੱਥੇ ਜਾ ਕੇ ਬੈਠ ਕੇ ਦਿਖਾਓ। ਕਿਹੋ ਜਿਹੇ ਇਹਨਾਂ ਨੇ ਮਤਲਬ ਕਿਹੋ ਜਿਹੇ ਬਿਆਨ ਦੇਣੇ ਸ਼ੁਰੂ ਕਰਤੇ ਸੀ। ਤੁਸੀਂ ਹਿਸਾਬ ਲਾਓ, ਮੈਂ ਇੱਕ ਲਾਈਨ 'ਚ ਕਹਾਂਗਾ, ਜੰਡੂ ਸਾਹਿਬ, ਜੇ ਕੋਈ ਵੀ ਸੂਬਾ ਇਹ ਕਹੇ ਵੀ ਅਸੀਂ ਪੰਜਾਬਣਾਂ ਦੇ ਨਾਲ ਜਾ ਕੇ ਉੱਥੇ ਸ਼ਾਦੀਆਂ ਕਰਾਵਾਂਗੇ ਧੱਕੇ ਨਾਲ, ਇਹਨੂੰ ਕੋਈ ਪੰਜਾਬੀ ਬਰਦਾਸ਼ਤ ਕਰੇਗਾ? ਕੋਈ ਹਰਿਆਣਵੀਆਂ ਨੂੰ ਕਹੇ ਉਹ ਚੰਗੇ ਨੇ ਜਾਂ ਮਾੜੇ ਨੇ, ਕੋਈ ਹਰਿਆਣਵੀ ਬਰਦਾਸ਼ਤ ਕਰੇਗਾ? ਕੋਈ ਅਸਾਮੀ ਬਰਦਾਸ਼ਤ ਕਰੇਗਾ? ਤੇ ਫਿਰ ਕਸ਼ਮੀਰੀ ਕਿਵੇਂ ਕਰਨਗੇ? ਅਣਖ ਨੂੰ ਹੀ ਵੰਗਾਰਨ ਵਾਲੀ ਗੱਲ ਹੁੰਦੀ ਹੈ। ਫਿਰ ਕਸ਼ਮੀਰੀ ਕਿਵੇਂ ਕਰਨਗੇ? ਇਹ ਤਾਂ ਕੋਈ ਵੀ ਨਹੀਂ ਕਰੇਗਾ ਨਾ। ਇੱਜ਼ਤ ਵਾਸਤੇ ਤਾਂ ਬੰਦਾ ਸਾਰੀ ਉਮਰ ਦੇ ਵਾਸਤੇ ਜੇਲ੍ਹ 'ਚ ਜਾਣ ਨੂੰ ਤਿਆਰ ਹੋ ਜਾਂਦਾ। ਇਹਨਾਂ ਨੇ ਉਹਨਾਂ ਦੀ ਇੱਜ਼ਤ ਨੂੰ ਇੱਥੇ, ਕਿਉਂਕਿ ਇੱਥੇ ਇਹਨਾਂ ਨੂੰ ਕੁਝ ਹੁੰਦਾ ਨਹੀਂ, ਇਹਨਾਂ ਨੂੰ ਕਹਿੰਦਾ ਕੋਈ ਨਹੀਂ, ਇਹਨਾਂ ਨੇ ਉਹਨਾਂ ਦੀ ਇੱਜ਼ਤ ਨੂੰ ਵੰਗਾਰ ਪਾਈ ਹੈ। ਮੈਂ ਕਹਿੰਦਾ खट्टर ਸਾਹਿਬ ਵਰਗੇ ਜਿਹੜੇ ਨੇਤਾ ਨੇ ਨਾ, BJP ਨੂੰ ਇਹੋ ਜਿਹੇ ਤੋਂ ਉਹੀ ਕੱਢ ਦੇਣਾ ਚਾਹੁੰਦੇ ਹੋ। ਯਾਰ ਇਹੀ ਜਿਹੀ ਗੱਲਾਂ ਤਾਂ ਨਾ ਕਰਿਆ ਕਰੋ। ਇੱਕ ਤਾਂ ਉਹੀ ਸਾਡਾ ਜਿਹੜੀ ਧਰਮ ਨੂੰ ਇਹ ਮੰਨਦੇ ਨੇ, ਪਤਾ ਨਹੀਂ ਕਿੰਨਾ ਕੁ ਉਹਦੇ 'ਚ ਵਿਸ਼ਵਾਸ ਕਰਦੇ ਨੇ, ਉਹ ਨਹੀਂ ਕਹਿੰਦਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਣਾ ਚਾਹੀਦਾ, ਪਰ ਇਹ ਤਾਂ ਪਾਉਂਦੇ ਨੇ। ਕਿਉਂ? ਕਿਉਂਕਿ ਉਹ ਧਰਮ ਦੀ ਬਜਾਏ ਉਹ ਕਹਿੰਦੇ ਉਹ ਕਿੱਸਿਆਂ ਨੂੰ ਯਾਦ ਰੱਖਦੇ ਨੇ ਵੀ ਯਾਰ ਇਹ ਇੱਜ਼ਤ ਨੂੰ ਹੱਥ ਪਾਉਣਾ ਕਿਹੜੀ ਖਾਸ ਗੱਲ ਹੈ, ਅਸੀਂ ਤਾਂ ਭਰੀ ਸਭਾ ਦੇ ਵਿੱਚ ਆਪਣੀ ਬਹੂ ਦੇ ਵਸਤਰ ਉਤਾਰਤੇ ਸੀ, ਇਸ ਕਰਕੇ ਕੋਈ ਖਾਸ ਗੱਲ ਨਹੀਂ, ਇਹੋ ਜਿਹਾ ਕੰਮ ਤਾਂ ਅਸੀਂ ਕਰ ਹੀ ਸਕਦੇ ਹਾਂ। ਕਿਉਂਕਿ ਤੇ ਜਿਹੜੇ ਪਾਵੇ ਨਾਲ ਬੰਨੇ ਹੋਏ ਨੇ ਬੋਲਦੇ ਨਹੀਂ, ਜਿੰਨੇ ਮਰਜ਼ੀ ਵਿਦਵਾਨ ਹੋਣ, ਕੋਈ ਬਿੱਦਰ ਉੱਠਦਾ। ਸੋ ਇਸ ਕਰਕੇ ਇਹ ਜਿਹੜੇ ਇਹਨਾਂ ਨੇ ਸ਼ਬਦ ਵਰਤੇ, ਉਦੋਂ ਤੋਂ ਹੀ ਉਹਦੇ ਵਿੱਚ ਗੁੱਸਾ ਪੈਦਾ ਹੋ ਰਿਹਾ ਸੀ। 370 ਤੋੜਨ ਵੇਲੇ ਉਹ ਗੁੱਸਾ ਵਾ। ਡਾਕਟਰ ਸਾਹਿਬ, ਜਿਹੜੀ ਇਹਨਾਂ ਨੇ 370 ਵੀ ਖਤਮ ਕਰਤੀ, 35 ਇਹ ਧਾਰਾ ਵੀ ਖਤਮ ਕਰ ਦਿੱਤੀ, ਤੇ ਜਿਹੜੀ ਇਹਨਾਂ ਨੇ ਉੱਥੇ ਪਹੁੰਚ ਬਣਾਈ, ਹੁਣ ਜਿਸ ਢੰਗ ਨਾਲ ਡੀਲਿਮਿਟੇਸ਼ਨ ਉੱਥੇ ਕਰਕੇ ਜਿਹੜੇ ਹਲਕੇ ਆ ਉਹ ਜੰਮੂ ਦੇ ਜਿਹੜੇ ਖੇਤਰ 'ਚ ਵਧਾਤੇ, ਉਧਰ ਘਟਾਤੇ, ਉਹਦਾ ਵੀ ਉਹਨਾਂ ਦੇ ਰਾਜਸੀ ਪਾਰਟੀਆਂ ਨੇ ਇਸ ਗੱਲ ਦਾ ਵੀ ਉੱਥੇ ਵਿਰੋਧ ਵੀ ਕੀਤਾ। ਤਾਂ ਇਹ ਸਾਰੇ ਜੀ ਤੁਹਾਨੂੰ ਕਿਤੇ ਲੱਗਦਾ ਨਹੀਂ ਕਿ ਇਹ ਜਿਹੜੀ ਨੀਤੀ ਇਹਨਾਂ ਨੇ ਅਪਣਾਈ ਆ ਉਹ ਫੇਲ ਹੋ ਰਹੀ ਆ ਉੱਥੇ ਇਸ ਵੇਲੇ? ਨਹੀਂ, ਬੁਰੀ ਤਰ੍ਹਾਂ ਫੇਲ ਹੋ ਰਹੀ ਹੈ। ਤੁਸੀਂ ਜਦ ਹਲਕਾ ਬੰਦੀ ਕਰਦੇ ਹੋ ਨਾ, ਤਾਂ ਤੁਸੀਂ ਪੁਰਾਣੀ ਰੇਸ਼ੋ 'ਚ ਰੱਖਦੇ ਹੋ ਉਹਨਾਂ ਨੂੰ, ਤੁਸੀਂ ਹਲਕੇ ਵਧਾ ਕੇ ਮੰਨ ਲਿਆ। ਤੁਸੀਂ ਹਲਕੇ ਵਧਾ ਕੇ ਜੋ ਰੇਸ਼ੋ ਜਿੰਨੇ ਜੰਮੂ ਸੀ, ਜਿਸ ਰੇਸ਼ੋ ਤੇ ਕਸ਼ਮੀਰ ਸੀ, ਉਹੀ ਰੱਖਦੇ ਨਾ। ਤਾਂ ਤੁਸੀਂ ਉਹ ਰੱਖੀ ਹੈ, ਨਾ ਤੁਸੀਂ ਆਬਾਦੀ ਨੂੰ ਕੋਈ ਹਿਸਾਬ ਰੱਖਿਆ, ਨਾ ਤੁਸੀਂ ਏਰੀਆ ਦਾ ਕੋਈ ਹਿਸਾਬ ਰੱਖਿਆ। ਉਹੀ ਚੱਕ ਕੇ ਜੰਮੂ 'ਚ ਤੁਸੀਂ ਵਧਾ ਕੇ 4 ਤੇ ਉਹਨਾਂ ਨੂੰ 1 ਵਧਾਇਆ 6। ਸੋ ਇਹਦੇ ਨਾਲ ਕੀ ਹੋਇਆ, ਉਹਨਾਂ 'ਚ ਹੋਰ ਬੇਚੈਨੀ ਪੈਦਾ ਹੋ ਗਈ ਵੀ ਇੱਥੇ ਤਾਂ ਹਿੰਦੂਆਂ ਨੂੰ ਵਸਾ ਕੇ ਤੇ ਸਾਡਾ ਜਮਾਂ ਹੀ ਖਤਮ ਕਰਨਾ ਚਾਹੁੰਦੇ ਨੇ, ਨੌਨ ਕਸ਼ਮੀਰੀਅਨ, ਜਾਂ ਰਾਦਰ ਮੈਂ ਹਿੰਦੂ ਨਹੀਂ ਕਹਾਂਗਾ। ਉਹਨਾਂ ਦੇ ਮਨ 'ਚ ਡਰ ਇਹ ਹੈ ਵੀ ਇਹ ਗੈਰ ਕਸ਼ਮੀਰੀਆਂ ਨੂੰ ਇੱਥੇ। ਮੈਂ ਇੱਕ ਗੱਲ ਕਹਿਣ ਨੂੰ ਤਿਆਰ ਹਾਂ, ਮੈਨੂੰ ਇਸ ਗੱਲ 'ਚ ਕੋਈ ਝਿਜਕ ਵੀ ਨਹੀਂ ਹੈ। BJP ਦੀ ਇਹ ਪਲਾਨ ਹੈ ਕਿ ਜਿਹੜੇ BJP ਦੀ ਆਈਡੀਓਲੋਜੀ, ਜਿਨ੍ਹਾਂ ਨੂੰ ਇਹ ਹਿੰਦੂ ਕਹਿੰਦੀ ਹੈ,
ਇਹ ਉਹਨਾਂ ਨੂੰ ਮਿਨੋਰਟੀ ਵਾਲੇ ਖੇਤਰ 'ਚ ਵਸਾਉਣਾ ਚਾਹੁੰਦੀ ਹੈ। ਪੰਜਾਬ 'ਚ ਵੀ ਇਹੀ ਕੁਛ ਕਰ ਰਹੀ ਹੈ। ਮੇਰੇ ਸਾਹਮਣੇ ਇੱਕ ਵੱਡੇ ਦਿਗਜ ਨੇ ਕਿਹਾ ਕਿ ਕੋਈ ਗੱਲ ਨਹੀਂ, ਹੁਣ ਤਾਂ ਅਸੀਂ ਇੱਥੋਂ ਦੀ ਡੈਮੋਗ੍ਰਾਫੀ ਬਦਲਤੀ ਪੰਜਾਬ ਬਾਰੇ। ਜੀ ਲੋਕ ਤਾਂ ਮਹਿਸੂਸ ਕਰਦੇ ਸੀ ਵੀ ਇੱਥੇ ਬਾਹਰ ਆ ਕੇ ਵਸ ਰਹੇ ਨੇ, ਜ਼ਮੀਨਾਂ ਉਹ ਲੈ ਰਹੇ ਨੇ, ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਉਹਨੇ ਕਿਹਾ ਵੀ ਅਸੀਂ ਡੈਮੋਗ੍ਰਾਫੀ ਬਦਲਤੀ। ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਨੂੰ ਤਿਆਰ ਨੇ ਉਹ ਪੂਰੀ ਸਕੀਮ ਨਾਲ, ਤੇ ਫਿਰ ਤੁਸੀਂ ਦੱਸੋ ਵੀ ਕਸ਼ਮੀਰ ਕਿਹਦਾ ਵਿਚਾਰਾ ਹੈ? ਜੀ ਕਸ਼ਮੀਰ ਤਾਂ ਪੱਕੀ ਬਦਲਣੀ ਚਾਹਣਗੇ। ਜਦ ਤੁਸੀਂ ਡੈਮੋਗ੍ਰਾਫੀ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਰਿਐਕਸ਼ਨ ਹੋਏਗਾ, ਪ੍ਰਤੀਕਿਰਿਆ ਤਾਂ ਹੋਣੀ ਹੈ। ਉਹ ਪ੍ਰਤੀਕਿਰਿਆ ਜਿਹੜੀ ਹੋ ਰਹੀ ਹੈ ਉਹ ਇੱਕ ਖਮਿਆਜਾ ਭੁਗਤ ਰਹੇ ਨੇ। ਹੁਣ ਜੋ ਤੁਸੀਂ ਕਿਹਾ ਉਹ ਦਰੁਸਤ ਹੈ, ਮੈਂ ਪੂਰਾ ਸਹਿਮਤ ਹਾਂ ਉਹਦੇ ਨਾਲ ਵੀ ਜਿਹੜੀ ਨੀਤੀ ਸੀ ਤੁਸੀਂ ਕਿਉਂ ਤੋੜੀ ਸੀ 370, ਤੁਸੀਂ 35 ਕਿਉਂ ਤੋੜੀ ਸੀ? ਤੁਸੀਂ ਕਿਉਂ ਕਿਹਾ ਵੀ ਉੱਥੇ ਜਾ ਕੇ ਜ਼ਮੀਨਾਂ ਲੈ ਲਓ? ਤੁਸੀਂ ਕਿਹਾ ਵੀ ਇੱਥੇ ਰੁਜ਼ਗਾਰ ਪੈਦਾ ਹੋ ਜੂ, ਲੋਕ ਜ਼ਿਆਦਾ ਚੰਗੇ ਬਣ ਜਾਣਗੇ, ਉਹ ਭਾਰਤ ਦੇ ਨਾਲ ਇੰਟੈਗਰੇਟ ਹੋ ਜਾਣਗੇ, ਇੱਕ ਹੋ ਜਾਣਗੇ, ਤੇ ਅਸੀਂ ਜਿਹੜਾ ਕਸ਼ਮੀਰ 'ਚ ਰੋਜ਼ ਦਾ ਰੇਡ ਇਹਨੂੰ ਖਤਮ ਕਰ ਲਾਂਗੇ, ਤੇ ਹੋ ਸਕਦਾ ਅਸੀਂ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਨੂੰ ਵੀ ਅਸੀਂ ਲੈ ਲਈਏ, ਤੇ ਅਸੀਂ ਜਿਹੜਾ ਇਹ ਅੱਤਵਾਦ ਰੋਜ਼ ਚੱਲਦਾ ਹੈ ਇਹਨੂੰ ਅਸੀਂ ਖਤਮ ਕਰ ਲਾਂਗੇ। ਇਹੀ ਕਿਹਾ ਸੀ। ਇਹ 'ਚੋਂ ਇੱਕ ਜੀ ਵੀ ਜੀ ਗੱਲ, ਇਹਦੇ 'ਚੋਂ ਇੱਕ ਤੇ ਵੀ, ਜਿਵੇਂ ਨੋਟਬੰਦੀ 'ਚ ਬੁਰੀ ਤਰ੍ਹਾਂ ਫੇਲ ਹੋਈ ਸੀ ਸਰਕਾਰ ਕਸ਼ਮੀਰ ਨੀਤੀ ਦੇ ਉੱਤੇ, ਇਹ ਨਹੀਂ ਹੈ ਵੀ ਕੋਈ ਚਲੋ ਪਾਰਸ਼ਲੀ ਸਕਸੈਸਫੁਲ ਹੋਵੇ। ਜੇ ਕੁਛ ਨਾ ਕੁਛ ਸਫਲ ਹੋਏ ਹੁੰਦੇ ਤਾਂ ਆਪਾਂ ਮੰਨ ਲੈਂਦੇ ਵੀ ਚਲੋ ਯਾਰ ਘੋੜੇ 'ਚੋਂ ਪੁਣੀ ਤਾਂ ਕੱਟੀ ਹੈ। ਇਹਨਾਂ ਤੋਂ ਕੁਝ ਵੀ ਨਹੀਂ ਸਫਲ ਹੋਇਆ। ਇੱਕ ਚੀਜ਼ ਦਿਖਾ ਦੇਣ ਉੱਤੇ ਮਾਰਕਾਟ ਕਰੀ, ਟੈਂਪਰੇਰੀ ਲਾਲਤਾਂ ਜਿੱਦੇ ਤੁਸੀਂ ਫੌਜਾਂ ਲਾ ਦਿੰਦੇ ਹੋ, ਕਰਫਿਊ ਲਾ ਦਿੰਦੇ ਹੋ, ਟੈਂਪਰੇਰੀ ਤੌਰ ਤੇ ਤਾਂ ਸ਼ਾਂਤ ਹੋ ਹੀ ਜਾਂਦਾ ਹਰੇਕ ਕਿੱਤਾ। ਸਵਾਲ ਇਹ ਹੈ ਵੀ ਕੀ ਤੁਸੀਂ ਉੱਤੇ ਪੀਸ ਬਾਈ ਕਰ ਸਕਿਓ? ਕੀ ਤੁਹਾਨੂੰ ਸ਼ਾਂਤੀ ਮੁੱਲ ਉਤਾਰ ਕੇ ਜਿਹੜਾ ਤੁਸੀਂ ਉਤਾਰਨਾ ਚਾਹੁੰਦੇ ਸੀ ਉਤਾਰਤਾ? ਇਹਦੇ ਬਾਵਜੂਦ ਸ਼ਾਂਤੀ ਹੋਈ ਨਹੀਂ। ਪਰ ਡਾਕਟਰ ਸਾਹਿਬ ਅਲਟੀਮੇਟਲੀ ਤਾਂ ਉੱਥੇ ਜਿੰਨੀ ਦੇਰ ਉੱਥੋਂ ਦੇ ਨੁਮਾਇੰਦਿਆਂ ਨਾਲ, ਲੋਕਾਂ ਨਾਲ ਗੱਲਬਾਤ ਕਰਕੇ ਕੋਈ ਗੱਲ ਨਿਬੇੜਾ ਨਹੀਂ ਹੁੰਦਾ, ਤਾਂ ਜੇ ਉਹ ਗੱਲ ਉੱਥੇ ਸ਼ਾਂਤੀ ਨਹੀਂ ਆਉਂਦੀ ਤਾਂ ਕੀ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਜਾਂ ਅਲਟੀਮੇਟਲੀ ਇਸ ਪਾਸੇ ਸਰਕਾਰ ਨੂੰ ਤੁਰਨਾ ਹੀ ਪਏਗਾ? ਸਰਕਾਰ ਨੂੰ ਗੱਲਬਾਤ ਵਾਲੇ ਪਾਸੇ ਤੁਰਨਾ ਹੀ ਪਏਗਾ। ਜੇ ਆਪਦੀ ਜਿੱਦ ਦੇ ਉੱਤੇ ਮੈਂ ਨਾ ਮਾਨੂ ਤੇ ਰਹੇ ਤਾਂ ਫਿਰ ਜਿਵੇਂ ਫਲਸਤੀਨੀ ਲੜੀ ਜਾ ਰਹੇ ਨੇ ਇਦਾਂ ਦੀ ਲੜਾਈ ਚੱਲਦੀ ਰਹਿਣੀ ਹੈ। ਕਿਉਂਕਿ ਤੁਸੀਂ ਜਿਹੜੇ ਉੱਥੇ ਲੋਕ ਰਹਿੰਦੇ ਨੇ, ਜਿਹੜੀ ਕੌਮੀਅਤ ਉੱਥੇ ਰਹਿੰਦੀ ਹੈ, ਜਿਹਦੇ ਉੱਥੇ ਸਿਆਸੀ ਨੁਮਾਇੰਦੇ ਹੈਗੇ ਨੇ, ਵੱਖ-ਵੱਖ ਪਾਰਟੀਆਂ ਦੇ ਨੇ, ਉਹ ਤਿਆਰ ਨੇ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਕੇ ਵੀ ਅਸੀਂ ਸੰਵਿਧਾਨ ਦੇ ਤਹਿਤ ਹੀ ਕੰਮ ਕਰਦੇ ਹਾਂ, ਅਸੀਂ ਚੋਣਾਂ ਲੜਦੇ ਹਾਂ। ਉਹ ਤਾਂ ਚੋਣਾਂ ਲੜਨ ਨੂੰ ਤਿਆਰ ਨੇ, ਇਸੇ ਗੱਲ ਤੇ ਸੰਵਿਧਾਨ, ਭਾਰਤੀ ਸੰਵਿਧਾਨ ਦੇ ਤਹਿਤ ਲੜਨ ਨੂੰ ਤਿਆਰ ਨੇ। ਤੇ ਇਹਦੇ ਉੱਤੇ ਭਾਰਤ ਸਰਕਾਰ ਜਿਹੜੀ ਜੇ ਜਿੱਦ ਕਰਦੀ ਜਾਏਗੀ ਤਾਂ ਫਿਰ ਮੈਨੂੰ ਐਂ ਲੱਗਦਾ ਹੈ ਵੀ ਇਹੋ ਜਿਹਾ ਨਾਸੂਰ ਪੈਦਾ ਕਰ ਦੇਗੀ ਸਰਕਾਰ, ਜਿਹੜਾ ਫਿਰ ਠੀਕ ਨਹੀਂ ਹੋਣਾ। ਕਹਿੰਦੇ ਸੱਪ ਦੇ ਮੂੰਹ ਕੋੜ ਕਿਰਦੀ, ਜੇ ਖਾਵੇ ਤਾਂ ਕੋੜੀ ਤੇ ਛੱਡੇ ਤਾਂ ਕਲੰਕੀ। ਫਿਰ ਭਾਰਤ ਸਰਕਾਰ ਦਾ ਇਹ ਹਾਲ ਹੋ ਜਾਣਾ ਹੈ। ਸੋ ਇਹਨੂੰ ਸਮਾਂ ਰਹਿੰਦੇ, ਗਲਤੀਆਂ ਕਰ ਚੁੱਕੇ ਨੇ, ਉਹ ਤਾਂ ਹੁਣ ਵਾਪਸ ਨਹੀਂ ਹੋ ਸਕਦੀਆਂ, ਪਰ ਉਹ ਜਿਹੜੇ ਫੱਟ ਲਾਗੇ ਉਹਨਾਂ ਤੇ ਮੱਲਮ ਤਾਂ ਲਾਈ ਜਾ ਸਕਦੀ ਹੈ ਨਾ, ਉਹ ਜੀ ਸੀਤੇ ਤਾਂ ਜਾ ਸਕਦੇ ਨਾ। ਮੈਂ ਸਰਜਣਾ ਕਿੰਨੇ ਜ਼ਖਮ ਅਸੀਂ ਆਪ ਵੀ ਕਰ ਦਿੰਦੇ ਹਾਂ, ਫਿਰ ਉਹਨੂੰ ਸੀ ਉਹਨਾਂ ਕਈ ਵਾਰ ਫਾਲਤੂ ਵੀ ਕਰਦੇ, ਚੱਲ ਇੱਥੋਂ ਟੋਟਾ ਲੈ ਕੇ ਇੱਧਰ ਲਾ ਦਿਓ, ਇਹਨੂੰ ਬਾਅਦ ਚ ਠੀਕ ਕਰ ਦਾਂਗੇ। ਉਹ ਜਿਹੜੇ ਜ਼ਖਮ, ਜਿਹੜੇ ਫੱਟ ਲਾ ਤੇ ਉਹਨਾਂ ਨੂੰ ਮੱਲਮ ਲਾਉਣਾ, ਉਹਨਾਂ ਦੇ ਦੋ ਟਾਂਕੇ ਲਾਉਣੇ, ਇਹ ਵੀ ਤਾਂ ਸਿੱਖ ਲੈਣ ਨਾ। ਪਰ ਉਹ ਉਸ ਦੀ ਕੋਆਪਰੇਸ਼ਨ ਤੋਂ ਬਗੈਰ ਨਹੀਂ ਹੋ ਸਕਦੇ, ਉਹਨਾਂ ਦੀ ਸਹਿਯੋਗ ਲੈਣਾ ਜ਼ਰੂਰੀ ਹੈ। ਡਾਕਟਰ ਸਾਹਿਬ, ਕੀ ਤੁਹਾਨੂੰ ਲੱਗਦਾ ਕਿ ਜੇ ਜਿਸ ਤਰ੍ਹਾਂ ਉੱਥੇ ਦੇ ਜਿਹੜੇ ਗੁਪਕਾਰ ਗਰੁੱਪ ਹੈਗਾ, ਜਿਹੜਾ ਇੱਕ ਫਰੰਟ ਜੀ ਬਣਿਆ ਹੈਗਾ ਸਾਰੀਆਂ ਰਾਜਸੀ ਜੀ ਪਾਰਟੀਆਂ ਦਾ, ਜਿਨ੍ਹਾਂ ਹਾਂਜੀ ਨੇ ਹਾਂਜੀ ਮੁੱਖ ਤੌਰ ਤੇ ਉੱਥੇ ਹਾਂ ਰਾਜ ਕੀਤਾ ਹੈ, ਪਿਛਲੇ ਸਮੇਂ 'ਚ ਹਕੂਮਤ ਕੀਤੀ ਹੈ, ਹਾਂਜੀ ਤਾਂ ਜੀ ਜਿਸ ਤਰ੍ਹਾਂ ਉਹ ਮੰਗ ਕਰ ਰਹੇ ਹੈ ਕਿ ਜੰਮੂ ਕਸ਼ਮੀਰ ਦਾ ਜਿਹੜਾ ਰਾਜ ਦਾ ਰੁਤਬਾ ਉਹ ਬਹਾਲ ਕੀਤਾ ਜਾਵੇ, ਜੇ ਜੀ ਰੁਤਬਾ ਬਹਾਲ ਹੋ ਕੇ ਚੋਣਾਂ ਹੋ ਜਾਂਦੀਆਂ ਤੇ ਕੋਈ ਲੱਗਦਾ ਕਿ ਕੋਈ ਅਮਲ ਇਸ ਪਾਸੇ ਨੂੰ ਅੱਗੇ ਸ਼ਾਂਤੀ ਵੱਲ ਨੂੰ ਵਧੇਗਾ, ਤੇ ਉੱਥੇ ਜੇ ਸਰਕਾਰ ਬਣਦੀ ਹੈ, ਮੰਨ ਲਓ ਜੇ ਚੋਣਾਂ ਹੁੰਦੀਆਂ ਤਾਂ ਉੱਥੇ ਸਰਕਾਰ ਫਿਰ ਫਾਰੂਕ ਅਬਦੁੱਲਾ ਜਾਂ PDP ਜਾਂ ਉਹਨਾਂ ਦੀ ਬਣਦੀ ਹੈ, ਤਾਂ ਕੀ ਫਿਰ ਸਰਕਾਰ ਇਸੇ ਢੰਗ ਨਾਲ ਹੀ ਚੱਲੇਗੀ ਜਾਂ ਉਹਨਾਂ ਨਾਲ ਕੋਈ ਕੋਆਪਰੇਟ ਵੀ ਕਰੇਗੀ? ਨਹੀਂ, ਮੈਨੂੰ ਨਹੀਂ ਲੱਗਦਾ। ਪਹਿਲੀ ਗੱਲ ਤਾਂ ਚੋਣ ਕਰਾਉਣਗੇ ਨਹੀਂ ਅਜੇ। ਜੇ ਚੋਣ ਕਰਾਤੀ, ਜੇ ਤਾਂ ਬੀਜੇਪੀ ਜਿੱਤ ਜਾਂਦੀ ਹੈ, ਫਿਰ ਇਹਦਾ ਐਟੀਟਿਊਡ ਹੋ, ਆਪਾਂ ਭਗਵੰਤ ਮਾਨ ਦੀ ਸਰਕਾਰ ਬਾਰੇ ਨਹੀਂ ਦੇਖ ਰਹੇ ਪੰਜਾਬ 'ਚ ਜੋ ਐਟੀਟਿਊਡ ਹੈ। ਜੀ ਜੇ ਇੱਥੇ ਜਿਨ੍ਹਾਂ ਨੂੰ ਇਹ ਮੁਸਲਮਾਨ ਦਾ, ਈਸਾਈ ਦਾ ਦੋਸ਼ ਨਹੀਂ ਲਾ ਸਕਦੇ, ਉਸ ਸਰਕਾਰ ਦੇ ਰੋਜ਼ ਹੀ ਤੁਖਨੇ ਬੀਜੇਪੀ ਬਤੌਰ ਪਾਰਟੀ ਵੀ, ਕੇਂਦਰ ਵੀ ਰੋਜ਼ ਉਹ ਕੁਝ ਕਰ ਰਿਹਾ ਹੈ, ਤਾਂ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਵੀ ਉਹਨਾਂ ਨੂੰ, ਜਿਹਨਾਂ ਨੂੰ ਪਹਿਲਾਂ ਹੀ ਕਹਿੰਦੇ ਨੇ ਵੀ ਇਹ ਤਾਂ ਜੀ ਵਿਦੇਸ਼ੀਆਂ ਦੇ ਚੁੱਕੇ ਹੋਏ ਨੇ, ਇਹ ਤਾਂ ਮੁਸਲਮਾਨ ਨੇ ਜੀ, ਇਹ ਤਾਂ ਸਾਡੇ ਦੇਸ਼ ਦੇ ਹੈ ਹੀ ਨਹੀਂ ਜੀ, ਸਾਡੇ ਦੇਸ਼ ਤੇ ਕਬਜ਼ਾ ਕਰਿਆ ਹੋਇਆ। ਸੋ ਜੇ ਉੱਥੇ ਇਹ ਚੋਣ ਕਰਾ ਵੀ ਦਿੰਦੇ ਨੇ ਤੇ ਉਹ ਜਿੱਤਣਾ ਤਾਂ ਉਹਨਾਂ ਨਹੀਂ ਹੈ, ਜੰਮੂ 'ਚ ਇਹਨਾਂ ਦੀ ਹੈਗੀ ਹੈ ਮਾੜੀ ਮੋਟੀ ਉੱਥੇ, ਪਰ ਫਿਰ ਵੀ ਮੈਨੂੰ ਲੱਗਦਾ ਨਹੀਂ ਵੀ ਇਹ ਸਰਕਾਰ ਬਣਾ ਸਕਣ। ਇੱਕ ਤਾਂ ਮੈਨੂੰ ਇਹ ਵੀ ਨਹੀਂ ਲੱਗਦਾ ਵੀ ਜੰਮੂ ਤੇ ਕਸ਼ਮੀਰ ਦੋਹਾਂ ਨੂੰ ਸੂਬਾ ਇੱਕ ਕਰਨਗੇ। ਇੱਕ ਤਾਂ ਮੈਨੂੰ ਡਾਊਟ ਹੈ
ਕਿਉਂਕਿ ਕੋਸ਼ਿਸ਼ ਕਰਨਗੇ ਵੀ ਕਸ਼ਮੀਰ ਨੂੰ ਤੇ ਜੰਮੂ ਨੂੰ ਵੱਖਰਾ ਵੱਖਰਾ ਸੂਬਾ ਬਣਾ ਦਈਏ, ਜਾਂ ਫਿਰ ਜੰਮੂ ਦੇ ਵਿੱਚ ਆਪਦੀ ਜਿਸ ਮੈਜੋਰਟੀ ਤਰ੍ਹਾਂ ਲਦਾਖ ਨੂੰ ਅੱਡ ਕਰ ਦਿੱਤਾ ਹੈ, ਉਹ ਲਦਾਖ ਤਾਂ ਰਹਿ ਗਈ, ਉਹਨੂੰ ਤਾਂ ਹੁਣ ਇਹਨਾਂ ਨੇ ਯੂਟੀਓ ਕੇਂਦਰ ਰੱਖਣਾ, ਮੈਂ ਸ਼ਾਸਿਤ ਤੁਹਾਨੂੰ ਅੱਜ ਵੀ ਪ੍ਰਦੇਸ਼ ਦੱਸਦਾ, ਬਣਾਤਾ, ਯੂਟੀ ਉਹਨੂੰ ਨਹੀਂ ਬਣਾਤਾ ਕੁਝ ਕਰਨਾ ਹੋਰ, ਉਹ ਤਾਂ ਯੂਟੀ ਰੱਖਣਗੇ, ਜਿਵੇਂ ਚੰਡੀਗੜ੍ਹ ਦਾ ਰੇੜਕਾ ਪਾਤਾ, ਉਹ ਤਾਂ ਐਂ ਰੱਖਣਗੇ। ਹੁਣ ਸਵਾਲ ਹੈ ਜੰਮੂ ਤੇ ਕਸ਼ਮੀਰ ਦਾ। ਜੰਮੂ ਤੇ ਕਸ਼ਮੀਰ ਨੂੰ ਇਕੱਠਾ ਇੱਕ ਸਟੇਟ ਤਾਂ ਬਣਾਉਣਗੇ ਜੇ ਜੰਮੂ 'ਚ ਇਹਨਾਂ ਦੀ ਮੈਜੋਰਟੀ ਆਉਂਦੀ ਦਿਖੂਗੀ ਇਹਨਾਂ ਨੂੰ। ਇਹ ਆਪਦੀਆਂ ਸਰਵੇ ਵੀ ਕਰਾਉਂਦੇ ਰਹਿੰਦੇ ਨੇ, ਇਹ ਗੁਪਤਚਰ ਏਜੰਸੀਆਂ ਦੇ ਰਾਹੀਂ ਵੀ ਪਤਾ ਕਰਦੇ ਰਹਿੰਦੇ ਵੀ ਸਾਡੀ ਪੋਜੀਸ਼ਨ ਕੀ ਹੈ। ਜੇ ਇਹਨਾਂ ਦੀ ਮੈਜੋਰਟੀ ਆਉਂਦੀ ਹੋਊਗੀ, ਦੋਹਾਂ ਨੂੰ ਰਲਾ ਕੇ ਸੀਟਾਂ ਵੀ ਤਾਂ ਹੀ ਵਧਾਈਆਂ ਨੇ, ਤੇ ਫਿਰ ਤਾਂ ਇਹ ਚੋਣਾਂ ਇਕੱਠੀ ਇੱਕ ਸਟੇਟ ਬਣਾ ਕੇ, ਨਹੀਂ ਟੈਂਪਰੇਰੀ ਤੌਰ ਤੇ ਚੋਣਾਂ ਇਸ ਤਰੀਕੇ ਨਾਲ ਕਰਾਉਣਗੇ ਵੀ ਇਹਨਾਂ ਦਾ ਮਿਲਗੋਭਾ ਜਿਹਾ ਕਰਤਾ, ਕਿਉਂਕਿ ਕਈ ਤਰ੍ਹਾਂ ਦੇ ਸਾਡੇ ਸੰਵਿਧਾਨ 'ਚ ਇਹ ਹੈਗੇ ਨੇ ਪ੍ਰਾਵਧਾਨ ਕਿ ਉਹੋ ਜਿਹਾ ਇੱਕ ਨਵਾਂ ਜਿਹਾ ਵਿੱਚ ਵਿਚਾਲਾ ਜਿਹਾ ਖੜਾ ਕਰ ਦੋ, ਉਹਨੂੰ ਦੇਖ ਲਾਂਗੇ ਜਦ ਮਰਜ਼ੀ ਤੋੜ ਦੋ, ਯਾਨੀ ਕਿ ਆਪ ਵੀ ਖੜਾ ਕਰ ਦੋ ਕੋਈ ਝੁੱਲੂ ਤੇ ਆਪ ਵੀ ਉਹਨੂੰ ਤੋੜ ਦੋ। ਸੋ ਮੈਨੂੰ ਲੱਗਦਾ ਨਹੀਂ, ਪਰ ਜੇ ਸਰਕਾਰ, ਖਾਸ ਕਰਕੇ ਕੇਂਦਰ ਸਰਕਾਰ ਸੱਚੀ ਮੁੱਚੀ ਕਸ਼ਮੀਰ 'ਚ ਸ਼ਾਂਤੀ ਚਾਹੁੰਦੀ ਹੈ, ਦੇਸ਼ 'ਚ ਸ਼ਾਂਤੀ ਦੇ ਵਿੱਚ ਬੇਗਾਨਗੀ ਦੀ ਭਾਵਨਾ ਨਹੀਂ ਪੈਦਾ ਹੋਣ ਦੇਣਾ ਚਾਹੁੰਦੀ, ਤਾਂ ਉੱਥੇ ਕਾਫੀ ਮਿਹਨਤ ਕਰਨ ਦੀ ਲੋੜ ਹੈ। ਉੱਥੋਂ ਦੇ ਜੋ ਤੁਸੀਂ ਪਹਿਲਾਂ ਕਿਹਾ ਸੀ, ਮੈਂ ਉਹਦੇ ਨਾਲ ਵੜ ਕੇ ਜ਼ਿਆਦਾ ਸਹਿਮਤ ਹਾਂ। ਉੱਥੋਂ ਦੇ ਲੋਕਾਂ ਦੀ ਸਹਿਮਤੀ ਲੈਣ ਪਹਿਲਾਂ, ਫਿਰ ਇਹ ਗੁਪਕਾਰ ਅਲਾਇੰਸ ਦੇ ਰਾਹੀਂ ਲੈਣ, ਚਾਹੇ ਇਹਨਾਂ ਨੂੰ ਕਹਿਣਗੇ ਯਾਰ ਤੁਸੀਂ ਸਾਰੇ ਤੁਹਾਡੀ ਚੱਲਦੀ ਹੈ, ਚਲੋ ਉੱਥੇ ਸ਼ਾਂਤੀ ਕਰਾਓ, ਪਹਿਲਾਂ ਕਾਨਫਰੰਸਾਂ ਕਰਾਓ, ਕੋਈ ਇਕੱਠੀਆਂ ਕਾਨਫਰੰਸਾਂ ਕਰਕੇ, ਕੁਝ ਹੋਰ ਕਰਕੇ, ਕੋਈ ਪੀਸ ਦੀ ਗੱਲ ਕਰਕੇ, ਤਾਂ ਕਿ ਜਿਹੜੀ ਯੂਥ ਕੁਰਾਹੇ ਪਈ ਹੋਈ ਹੈ, ਜਾਂ ਕਹਿ ਲਓ ਵੀ ਭਾਰਤ ਦੇ ਪ੍ਰਤੀ ਆਕਰੋਸ਼ ਹੈ ਜਿਨ੍ਹਾਂ ਵਿੱਚ, ਉਹਨਾਂ ਨੂੰ ਸਮਝਾ ਕੇ ਠੀਕ ਜੇ ਆਪਣਾ ਘਰ ਦਾ, ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹੀਦਾ। ਜੇ ਆਪਣੇ ਘਰ ਦਾ ਬੱਚਾ ਵੀ ਰੁੱਸ ਕੇ ਜਾ ਕੇ ਭਾਂਡੇ ਭੰਨਣ ਲੱਗ ਜੇ ਤਾਂ ਉਹਨੂੰ ਆਪਾਂ ਮਨਾਉਣੇ ਆ, ਸਮਝਾਉਣੇ ਆ, ਹਾਲਾਂਕਿ ਸਾਨੂੰ ਪਤਾ ਹੁੰਦਾ ਵੀ ਇਹਦਾ ਕਸੂਰ ਵੀ ਹੈ, ਤਾਂ ਵੀ ਅਸੀਂ ਉਹਨੂੰ ਘਰੋਂ ਥੋੜ੍ਹਾ ਕੱਢ ਦਿੰਦੇ ਹਾਂ, ਉਹਦੀ ਗੋਲੀ ਥੋੜ੍ਹਾ ਮਾਰ ਦਿੰਦੇ ਹਾਂ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਭਾਰਤ ਸਰਕਾਰ ਨੂੰ ਚਾਹੀਦਾ ਹੈ, ਵੱਡਾ ਬੰਦਾ ਹਮੇਸ਼ਾ ਜ਼ਿਆਦਾ ਪਹੁੰਚ ਕਰਦਾ ਹੈ, ਕਿਉਂਕਿ ਉਹਨੂੰ ਸਮਝ ਹੁੰਦੀ ਹੈ, ਉਹ ਸਮਝਦਾ ਵੀ ਚੱਲ ਜਾ ਕਹੇ ਤਾਂ ਰੌਲਾ ਪਾਈ ਜਾਂਦਾ, ਪਰ ਮੈਂ ਤਾਂ ਵੱਡਾ ਨਾ, ਮੈਂ ਤਾਂ ਸਿਆਣਾ ਨਾ, ਤਾਕਤ ਵੀ ਜ਼ਿਆਦਾ ਉਹਦੇ ਕੋਲ। ਸੋ ਭਾਰਤ ਸਰਕਾਰ ਨੂੰ ਅਪਰੋਚ ਕਰਨੀ ਚਾਹੀਦੀ ਹੈ, ਗੁਪਕਾਰ ਅਲਾਇੰਸ ਦੇ ਨਾਲ ਗੱਲਬਾਤ ਕਰਕੇ ਉਹਦੇ ਰਾਹੀਂ ਕਾਨਫਰੰਸਾਂ ਕਰਨੀਆਂ। ਜਿੰਨਾ ਚਿਰ ਕਦੀ ਗੁਪਕਾਰ ਅਲਾਇੰਸ ਨੇ ਚੋਣ ਕਰਾ ਵੀ ਦਿੰਦੇ ਨੇ, ਫਿਰ ਨਹੀਂ ਕੋਈ ਬਹੁਤੀ ਗੱਲ ਬਣੀ, ਪਹਿਲਾਂ ਲੋਕਾਂ ਦਾ ਥੋੜਾ ਜਿਹਾ ਕੌਨਫੀਡੈਂਸ ਵੀ ਕਰਨਾ ਰਾਬਤਾ ਸ਼ੁਰੂ ਬਣੇ, ਕਰਨਾ। ਲੋਕਾਂ ਨਾਲ ਰਾਬਤਾ ਹੋ। ਹਾਂ, ਜਿਹੜਾ ਰਾਬਤਾ 2-3 ਸਾਲ ਤੋਂ ਟੁੱਟ ਚੁੱਕਿਆ ਹੈ, ਉਹ ਰਾਬਤਾ ਦੁਬਾਰਾ ਬਣਾਉਣਾ ਪਏਗਾ। ਜੇ ਰਾਬਤਾ ਨਹੀਂ ਬਣਦਾ, ਫਿਰ ਮਨ ਦੀ ਰੰਜਿਸ਼ ਨਹੀਂ ਜਾਣੀ, ਜੇ ਡਾਕਟਰ ਰੰਜਿਸ਼ ਸਾਹਿਬ, ਤਾਂ ਇੱਕ ਆਪਣਾ ਹੀ ਰਹਿ ਜਾਏ। ਹਾਂਜੀ ਸਮਾਂ ਵੀ ਸ਼ੋਅ ਦਾ ਸਮਾਪਤੀ ਵੱਲ ਵੱਧ ਰਿਹਾ ਤੇ ਇਹਦੇ ਚ ਜੀ ਮੇਰਾ ਇੱਕ ਡਾਕਟਰ ਸਾਹਿਬ ਹੋਰ ਸੀਗਾ ਸਵਾਲ ਕਿ ਜਿਸ ਜੀ ਤਰ੍ਹਾਂ ਕੌਮਾਂਤਰੀ ਪੱਧਰ ਦੇ ਉੱਤੇ ਸਾਰਾ ਕੁਝ ਜਿਹੜੀ ਹੈ ਨਵੇਂ ਸਿਰੇ ਤੋਂ ਕਤਾਰਬੰਦੀ ਹੋ ਰਹੀ ਹੈ, ਨਵੇਂ ਸਿਰੇ ਤੋਂ ਜੀ ਸਾਰਾ ਕੁਝ ਬਣ ਰਿਹਾ, ਨਵੇਂ ਸਿਰੇ ਤੋਂ ਨਵੀਂ ਕਿਸਮ ਦੀ ਜਿਹੜੀ ਹੈ ਕੌਮਾਂਤਰੀ ਪੱਧਰ ਤੇ ਜਿਹੜੀ ਰਾਜਨੀਤੀ ਹੈ ਉਹ ਨਵਾਂ ਰੂਪ ਅਖਤਿਆਰ ਕਰ ਰਹੀ ਹੈ। ਉਸ ਦਾ ਜਿਹੜਾ ਦਬਾਅ ਹੋਏਗਾ, ਕਿਉਂਕਿ ਕਸ਼ਮੀਰ ਮਸਲਾ ਵੀ ਤਾਂ ਕੌਮਾਂਤਰੀ ਮੰਚਾਂ ਦੇ ਉੱਪਰ ਬਿਲਕੁਲ ਉੱਠਦਾ ਹੈ, ਜਿੰਨੀ ਵਾਰ ਵੀ OIC ਦੀਆਂ ਮੀਟਿੰਗਾਂ ਹੁੰਦੀਆਂ ਉਹ ਵੀ ਉਠਾਉਂਦੇ ਹੈ, UNO 'ਚ ਵੀ ਇਹਦੀ ਗੱਲ ਹੁੰਦੀ ਹੈ, ਜਦੋਂ ਖਾਸ ਕਰਕੇ ਪਾਕਿਸਤਾਨ ਉੱਥੇ ਮਾਮਲਾ ਉਠਾਉਂਦਾ ਹੈ, ਤਾਂ ਉਹ ਸਾਰੀ ਸਥਿਤੀ ਦੇ ਵਿੱਚ ਕੀ ਭਾਰਤ ਤੇ ਦਬਾਅ ਵਧੇਗਾ ਫਿਰ ਕਿ ਵੀ ਇਹ ਕਸ਼ਮੀਰ ਮਾਮਲੇ ਦਾ ਤੁਸੀਂ ਕੋਈ ਹੱਲ ਕਰੋ, ਜਾਂ ਜਿਸ ਤਰ੍ਹਾਂ ਹੁਣ ਉੱਥੋਂ ਦੀ ਜਿਹੜੀ ਧਰਮ ਦੇ ਬਾਰੇ ਜਿਸ ਤਰ੍ਹਾਂ ਜਿਹੜੀ ਉਹਨਾਂ ਦੀ ਰਿਪੋਰਟ ਆਈ ਹੈ, ਜਿਹੜੀ ਕੱਲ ਜਾਰੀ ਕੀਤੀ ਗਈ ਹੈ, ਹਾਂ ਵੀ ਕਿ ਇੱਥੇ ਕਿਸ ਧਾਰਮਿਕ ਤਰ੍ਹਾਂ ਆਜ਼ਾਦੀ ਨਹੀਂ ਹੈ। ਹਾਂ ਹਾਂਜੀ ਘੱਟ ਗਿਣਤੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ, ਕਿਸ ਤਰ੍ਹਾਂ ਉਹਨਾਂ ਤੇ ਹਮਲੇ ਹੋ ਰਹੇ ਪਿਛਲੇ 1 ਸਾਲ ਤੋਂ ਜਿਹੜੀ ਰਿਪੋਰਟ ਹੈ, ਤੇ ਇਹ ਸਾਰੀ ਸਥਿਤੀ 'ਚ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਉਸ ਦਾ ਵੀ ਅਸਰ ਪਏਗਾ ਇਸ ਸਰਕਾਰ ਦੇ ਉੱਪਰ? ਦੇਖੋ, ਅਜੇ ਜੰਡੂ ਸਾਹਿਬ ਜਿਹੜੀ ਸਰਕਾਰ ਹੈ ਨਾ ਕੇਂਦਰ ਦੀ, ਤੇ ਜੇ ਅਸੀਂ ਕੌਮਾਂਤਰੀ ਸਥਿਤੀ ਦੀ ਗੱਲ ਕਰੀਏ, ਕੌਮਾਂਤਰੀ ਸਥਿਤੀ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਤੇ ਦਬਾਅ ਪਾਉਣਾ ਹੈ, ਉਹ ਤਾਂ ਇਹ ਚਾਹੁੰਦੇ ਨੇ ਵੀ ਭਾਰਤ ਸਾਡੇ ਨਾਲ ਖੜੇ। ਅਜੇ ਤਾਂ ਇਸ ਕਰਕੇ ਉਹ ਭਾਰਤ ਸਰਕਾਰ ਤੇ ਦਬਾਅ ਪਾਉਣ ਦੀ ਬਜਾਏ ਇਹ ਵੀ ਜਿਹੜੀਆਂ ਕੁਝ ਰਿਪੋਰਟਾਂ ਹੀ ਜਾਂ ਆਪਦੀਆਂ ਕਿਸੇ ਏਜੰਸੀਆਂ ਤੋਂ ਕਿਸੇ ਹੋਰ ਤੋਂ ਇਹੋ ਜਿਹੀਆਂ ਦਵਾ ਦੇਣੀਆਂ, ਕੁਝ ਨਿਊਟਰਲ ਏਜੰਸੀਆਂ ਨੇ ਉਹਨਾਂ ਰਾਹੀਂ ਕੱਢ ਦੇਣੀਆਂ, ਨਹੀਂ ਤਾਂ ਰੋਕ ਵੀ ਲੈਂਦੇ ਨੇ ਕਈ ਵਾਰੀ। ਸੋ ਉਹ ਇਹ ਦਬਾਅ ਦਾ ਤਰੀਕਾ ਹੈਗਾ। ਅਜੇ ਉਹ ਭਾਰਤ ਸਰਕਾਰ ਨੂੰ ਬਹੁਤ ਜ਼ਿਆਦਾ ਸਖਤੀ ਨਾਲ ਨਹੀਂ ਕਹਿਣਗੇ ਵੀ ਇਹ ਬਿਲਕੁਲ ਗਲਤ ਹੈ, ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ, ਇਹੋ ਜਿਹਾ ਮੈਨੂੰ ਨਹੀਂ ਲੱਗਦਾ। ਕਿਉਂਕਿ ਕੌਮਾਂਤਰੀ ਪੱਧਰ ਦੇ ਉੱਤੇ ਅੱਜ ਜਿਹੜੀ ਰੂਸ ਦੀ, ਚੀਨ ਦੀ ਤੇ ਅਮਰੀਕਾ ਦੀ, ਇਹ ਤਿੰਨਾਂ ਦੀ ਇੱਕ ਕਿਸਮ ਦੀ ਟੱਕਰ ਚੱਲ ਰਹੀ ਹੈ। ਯੂਕਰੇਨ ਦੇ ਰਾਹੀਂ ਚੀਨ ਅਜੇ ਪਾਰ ਦੀ ਟਾਈਮ ਇੱਕ ਪਾਸੇ ਆਰਥਿਕ ਤੌਰ ਤੇ ਤਾਂ ਬਥੇਰੀ ਟੱਕਰ ਹੈ, ਪਰ ਜਿਹੜਾ ਰੂਸ ਤੇ ਯੂਕਰੇਨ ਦਾ ਯੁੱਧ ਹੈ ਉਹ ਬੇਸਿਕਲੀ ਜਿਹੜਾ ਪ੍ਰੋਕਸੀ ਯੁੱਧ ਹੈ ਅਮਰੀਕਾ ਦਾ, ਰੂਸ ਬਾਈ ਤੇ ਅਮਰੀਕਾ ਦਾ ਅਮਰੀਕਾ, ਯੁੱਧ ਠੀਕ, ਹੈ। ਬਿਲਕੁਲ ਠੀਕ ਹੈ। ਸੋ ਉਹਦੇ ਵਿੱਚ ਜੇ ਯੂਕਰੇਨ ਵਰਗਾ ਛੋਟਾ ਜਿਹਾ ਮੁਲਕ ਜਿਹਨੇ ਆਪਦੇ 2 ਰੂਸੀ ਸੂਬਿਆਂ ਦਾ ਨੱਕ 'ਚ ਦਮ ਕਰ ਰੱਖਿਆ ਸੀ ਸਿਰਫ ਭਾਸ਼ਾ ਦੇ ਸਵਾਲ ਸੀ ਉੱਥੇ, ਤੇ ਅਮਰੀਕਾ ਉਹਨੂੰ ਸਪੋਰਟ ਕਰੀ ਜਾ ਰਿਹਾ ਹੈ। ਅੱਜ ਅਮਰੀਕਾ ਨੂੰ ਭਾਰਤ ਦੀ ਲੋੜ ਹੈ ਕੌਮਾਂਤਰੀ ਪੱਧਰ ਤੇ, ਇਸ ਕਰਕੇ ਉਹ ਐਡਾ ਦਬਾਅ ਨਹੀਂ ਪਾਉਣਗੇ ਜਿੱਡਾ ਆਪਾਂ ਸੋਚਦੇ ਹਾਂ।
ਪਰ ਡਾਕਟਰ ਸਾਹਿਬ ਯੂਕਰੇਨ ਚ ਵੀ ਤਾਂ ਉਹਨਾਂ ਨੇ ਇਹੀ ਕੋਸ਼ਿਸ਼ ਕੀਤੀ ਕਿ ਮੈਜੋਰਿਟੇਰੀਅਨ ਜਿਹੜਾ ਹਕੂਮਤ ਦੇ ਰਾਹੀਂ ਬਾਕੀ ਦੂਸਰਿਆਂ ਨੂੰ ਦਬਾਉਣ ਦਾ ਯਤਨ ਨਹੀਂ ਕੀਤਾ ਸੀ ਉਹਨਾਂ। ਫਿਰ ਉਹੀ ਗੱਲ ਕਿ ਹੋ ਗਈ ਨਾ। ਫਿਰ ਇਹੀ ਤਾਂ ਮੈਂ ਕਹਿਣਾ ਵੀ ਭਾਰਤ ਸਰਕਾਰ ਤੇ ਇਸੇ ਕਰਕੇ ਦਬਾਅ ਨਹੀਂ ਪਾਉਣਗੇ ਵੀ ਕੋਈ ਨਹੀਂ ਤੁਸੀਂ ਮਿਨੋਰਟੀ ਨੂੰ ਮਾੜਾ ਮੋਟਾ ਦਬਾਅ ਇਹ ਕਹਿ ਕੇ ਵੀ ਦੇਖੋ ਤੁਸੀਂ ਮਿਨੋਰਟੀ ਨੂੰ ਦਬਾਈ ਜਾਨੋ, ਇਹ ਜਵਾਨੀ ਰਸਾਨੀ ਤਾਂ ਕਰਨਗੇ ਗੱਡੀ ਮੱਤੀ, ਕਿਉਂਕਿ ਦਬਾਅ ਪਾਉਣ ਦਾ ਇਹ ਤਰੀਕਾ ਹੁੰਦਾ ਹੈ ਕਿ ਤੁਸੀਂ ਨਾਲੇ ਤਾਂ ਉਹਨਾਂ ਨੂੰ ਨਿੰਦੀ ਜਾਓ, ਨਾਲੇ ਕੋਈ ਐਕਸ਼ਨ ਇਹੋ ਜਿਹਾ ਕਰੋ ਨਾ ਜਿਹਦੇ ਵਿੱਚ ਉਹ, ਤਾਂ ਕਿ ਉਹ ਉਸ ਦਬਾਅ ਨੂੰ ਮੰਨ ਕੇ ਤੁਹਾਡੀ ਗੱਲ ਨੂੰ ਮੰਨ ਲੈਣ। ਉਹ ਅਸਲ 'ਚ ਨਾਟੋ ਵਾਲੇ ਪਾਸੇ ਨੂੰ ਖੜਾਉਣਾ ਚਾਹੁੰਦੇ ਨੇ ਭਾਰਤ ਨੂੰ। ਭਾਰਤ ਨੇ ਅਜੇ ਤੱਕ ਇੱਕ ਗੱਲ ਚੰਗੀ ਕਰੀ ਆ, ਦਬਾਅ 100 ਪਏ ਨੇ, ਹੋਰ ਬੜਾ ਕੁਝ ਹੋਇਆ ਹੈ। ਭਾਰਤ ਅਜੇ ਤੱਕ ਵੀ ਆਪਦਾ ਨਿਊਟਰਲ ਜਿਹਾ ਸਟੈਂਡ ਲੈਂਦਾ ਰਿਹਾ। ਪਿੱਛੇ ਜੇ 1-2 ਮੀਟਿੰਗਾਂ 'ਚ ਇਹ ਲੱਗਦਾ ਸੀ ਵੀ ਸ਼ਾਇਦ ਥੋੜਾ ਜਿਹਾ ਝੁਕਾਅ ਅਮਰੀਕਾ ਵੱਲ ਹੋ ਜੇ, USA ਵੱਲ, ਵੈਸਟ ਵੱਲ, ਤੇ ਪਰ ਭਾਰਤ ਨੇ ਇਸ ਗੱਲ 'ਚ ਮੈਂ ਕਹਾਂਗਾ ਜਿਹੜੀ ਵਿਦੇਸ਼ ਨੀਤੀ ਆ ਇਸ ਮਾਮਲੇ 'ਤੇ, ਉਹਦੇ ਵਿੱਚ ਭਾਰਤ ਅਜੇ ਤੱਕ ਵੀ ਥੋੜਾ ਅੜਿਆ ਹੋਇਆ ਹੈ, ਤੇ ਉਸੇ ਕਰਕੇ ਆ ਰਿਪੋਰਟਾਂ ਹੋਰ ਹੋ ਰਹੀਆਂ ਨੇ। ਪਰ ਇੱਕ ਗੱਲ ਪੱਕੀ ਹੈ ਵੀ ਜੇ ਅਸੀਂ ਕਹੀਏ ਕੌਮਾਂਤਰੀ ਦਬਾਅ ਭਾਰਤ ਹੈ ਇਸ ਸਿਚੁਏਸ਼ਨ 'ਚ, ਕੱਲ੍ਹ ਨੂੰ ਪੈ ਜੇ ਵੱਖਰੀ ਗੱਲ ਹੈ, ਸਿਚੁਏਸ਼ਨ ਬਦਲ ਜਾਂਦੀ ਹੈ ਹਮੇਸ਼ਾ। ਅੱਜ ਕੋਈ ਬਹੁਤਾ ਨਹੀਂ ਪੈਣਾ। ਹਾਂ, ਯੂਕਰੇਨ ਦੀ ਜੰਗ ਖਤਮ ਹੁੰਦੀ ਹੈ, ਕੋਈ ਸਮਝਾ ਫਿਰ ਦਬਾਅ ਪਊਗਾ। ਤੇ ਅਲਟੀਮੇਟਲੀ ਤਾਂ ਫਿਰ ਡਾਕਟਰ ਸਾਹਿਬ ਗੱਲ ਇੱਥੇ ਹੀ ਆਣ ਕੇ ਨਿਬੜਦੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉੱਥੋਂ ਦੇ ਜਿਹੜੇ ਰਾਜਸੀ ਨੁਮਾਇੰਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਉੱਥੋਂ ਦੇ ਲੋਕਾਂ ਦਾ ਭਰੋਸਾ ਜਿੱਤਣ ਦੇ ਰਾਹ ਤੇ ਤੁਰਿਆ ਜਾਵੇ, ਤਾਂ ਹੀ ਸਹੀ ਰਾਹ ਅਮਨ ਵੱਲ ਨੂੰ ਜਾ ਸਕਦਾ ਹੈ ਉੱਥੇ। ਬਿਲਕੁਲ ਠੀਕ ਹੈ ਤੁਸੀਂ, ਇਹੀ ਹੱਲ ਇੱਥੇ ਹੈ, ਕਿਉਂਕਿ ਨਾ ਤਾਂ ਸਾਨੂੰ ਕਿਸੇ ਵਿਦੇਸ਼ੀ ਦੀ ਫਿਰ ਲੋੜ ਹੈ, ਅਸੀਂ ਗੁਪਕਾਰ ਨਾਲ ਫਿਰ ਉਹਨਾਂ ਦੇ ਰਾਹੀਂ ਉਹਨਾਂ ਨਾਲ ਸੰਵਾਦ ਰਚਾਈਏ। ਸੋ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਉਹਨਾਂ ਦੀ ਗੱਲ ਸੁਣੀਏ, ਆਪਣੀ ਕਹੀਏ, ਮੈਨੂੰ ਲੱਗਦਾ ਅਸੀਂ ਫਿਰ ਸਫਲ ਹੋ ਜਾਵਾਂਗੇ। ਤੇ ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਦੋਸਤ ਸਾਡੇ ਨਾਲ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਜੇ ਸਾਡੀ ਇਹ ਗੱਲਬਾਤ, ਸਾਡਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ ਜੰਡ ਸਾਹਿਬ।